ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪੰਨ ਸਾਹਿਬ ਨਾਲ। ਇੱਕ ਤਾਂ ਪੂਰੀ ਦੁਨੀਆ ਦੇ ਵਿੱਚ ਕਰੋਨਾ ਦੇ ਕੀ ਹਾਲਾਤ ਨੇ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿਹੜਾ 3 ਮਈ ਤੋਂ ਪਹਿਲਾਂ ਕੁਝ ਖੁੱਲ੍ਹਾਂ ਦਿੱਤੀਆਂ ਨੇ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਹੋ ਰਿਹਾ, ਕੁਝ ਲੋਕ ਉਹਦਾ ਵੈਲਕਮ ਵੀ ਕਰ ਰਹੇ ਆ, ਪਰ ਕੁਝ ਥਾਵਾਂ ਤੇ ਅਜੇ ਉਹ ਰੋਕਾਂ ਜਾਰੀ ਨੇ। ਉਹ ਕਿਉਂ? ਫਿਰ ਆਪਾਂ ਇਹ ਵੀ ਗੱਲ ਕਰਨੀ ਹੈ ਜੀ ਕਿ ਵੀ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਪਿਛਲੇ ਦਿਨੀ ਇੱਕ ਪਲਾਜ਼ਮਾ ਥੈਰੇਪੀ ਦੀ ਗੱਲ ਸੁਣੀ ਸੀ ਤੇ ਬੜੀ ਆਸ ਬੱਝੀ ਸੀ ਵੀ ਸ਼ਾਇਦ ਕੋਈ ਗੱਲ ਬਣ ਜਾਵੇ, ਤੇ ਹੁਣ ਭਾਰਤ ਸਰਕਾਰ ਨੇ ਕਿਉਂ ਰੋਕ ਲਾਉਣ ਦੀ ਗੱਲ ਕੀਤੀ। ਕੁਝ ਗੱਲਾਂ ਹੋਰ ਨੇ ਜਿਹੜੀਆਂ ਆਪ ਜੀ ਦੇ ਨਾਲ ਆਪਾਂ ਸਾਂਝੀਆਂ ਕਰਾਂਗੇ। ਇਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਪੰਨ ਸਾਹਿਬ, ਪੰਜਾਬ ਵਾਲੇ ਪਾਸੇ ਆਉਣ ਤੋਂ ਪਹਿਲਾਂ ਆਪਾਂ ਪੰਜਾਬ ਦੇ ਨਾਲ ਹਰਿਆਣੇ ਚੱਲੀਏ ਤੇ ਹਰਿਆਣੇ ਦੀ ਤੇ ਦਿੱਲੀ ਦੀ ਜਿਹੜੀ ਇੱਕ ਟਸਲ ਵੱਧ ਗਈ ਆ ਕਿ ਦਿੱਲੀ ਤੋਂ ਹਰਿਆਣੇ 'ਚ ਐਂਟਰੀ ਨਹੀਂ ਹੋਊਗੀ। ਪਰ ਜਿੰਨੀ ਕਿ ਮੇਰੀ ਸਮਝਦਾਰੀ ਕੰਮ ਕਰਦੀ ਆ, ਯੂਪੀ ਦਾ ਹਰਿਆਣੇ ਦਾ ਬਹੁਤ ਸਾਰਾ ਖੇਤਰ ਜਿਹੜਾ ਉਹ ਤੇ ਦਿੱਲੀ ਦਾ ਹਿੱਸਾ ਮੰਨਿਆ ਜਾਂਦਾ, ਕਿਉਂਕਿ ਕੁਝ ਲੋਕ ਦਿੱਲੀ 'ਚ ਨੌਕਰੀ ਕਰਦੇ ਉਹ ਰਹਿੰਦੇ ਹਰਿਆਣੇ 'ਚ ਆ। ਹੁਣ ਜਿਹਨੇ ਆਉਣਾ ਜਾਣਾ ਉਹਨੇ ਬਾਰਡਰ ਤਾਂ ਟੱਪਣਾ ਹੀ ਆ। ਉਹ ਕੀ ਰੌਲਾ ਫਿਰ? ਦੇਖੋ, ਗੱਲ ਇਹ ਆ ਕਿ ਜਿਹੜਾ ਦਿੱਲੀ ਆ ਉਹਦੇ ਦਿੱਲੀ ਕੱਲੀ ਨਹੀਂ ਆਖਿਆ ਜਾਂਦਾ। ਸਾਡੇ ਪ੍ਰਬੰਧਕੀ ਮਾਮਲਿਆਂ 'ਚ, ਪ੍ਰਸ਼ਾਸਕੀ ਮਾਮਲਿਆਂ 'ਚ ਉਹਨੂੰ ਦਿੱਲੀ NCR ਆਖਿਆ ਜਾਂਦਾ, ਯਾਨੀ ਦਿੱਲੀ ਨੈਸ਼ਨਲ ਕੈਪੀਟਲ ਰੀਜਨ ਜੀ। ਉਹ 'ਚ ਇੱਕ ਤਾਂ ਦਿੱਲੀ ਹੈ ਜਿੱਥੋਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਜੀ। NCR ਦੇ ਵਿੱਚ ਇਹ ਗੁੜਗਾਉਂ ਵੀ ਆ ਜਾਂਦਾ, ਜਿਹਦਾ ਨਵਾਂ ਨਾਂ ਗੁਰੂਗ੍ਰਾਮ ਜੀ, ਨਾਲ ਫਰੀਦਾਬਾਦ, ਆਸੇ ਪਾਸੇ ਦੇ ਸਾਰੇ ਉਹ 'ਚ ਆ ਜਾਂਦੇ ਨੇ। ਇਹ ਸੋਚਿਆ ਗਿਆ ਕਿ ਦਿੱਲੀ ਹੌਲੀ ਹੌਲੀ ਵਧਣੀ ਆ ਤੇ ਸਾਰੇ ਉਹ 'ਚ ਸ਼ਾਮਲ ਹੋਏ ਜੀ। ਆਸੇ ਪਾਸੇ ਦਾ ਜਿੰਨਾ ਇਲਾਕਾ ਜਦੋਂ ਉਹ ਵੀ ਉਹਦੇ 'ਚ ਸ਼ਾਮਲ ਅੱਜ ਨਹੀਂ ਕੱਲ ਹੋ ਜਾਣਾ। ਫਿਰ ਦਿੱਲੀ ਦੀ ਪਲੈਨਿੰਗ, ਦਿੱਲੀ ਦਾ ਸਾਰਾ ਪ੍ਰਸ਼ਾਸਕੀ ਢਾਂਚਾ, ਉਹਨੂੰ ਲੈਣ ਦੇਣ ਕਰਨ ਵਾਸਤੇ ਜੋ ਕੁਝ ਵੀ ਆ, ਇਹ ਸਾਰੀਆਂ ਗੱਲਾਂ ਆਪਸ ਵਿੱਚ ਕਿਸੇ ਤਾਲਮੇਲ ਨਾਲ ਚੱਲਣਾ ਚਾਹੀਦਾ ਜੀ। ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਹਦੇ ਨਾਲਦਿਆਂ ਦੇ ਮਨ ਵਿੱਚ ਪਤਾ ਨਹੀਂ ਕੀ ਇੱਕਦਮ ਕੋਈ ਗੁਬਾਰ ਫੁੱਟਿਆ। ਉਹਨਾਂ ਨੇ ਦਿੱਲੀ ਨੂੰ ਆਉਣ ਤੇ ਜਾਣ ਵਾਲੇ ਸਭ ਰਸਤੇ ਬੰਦ ਕਰ ਦਿੱਤੇ ਜੀ, ਔਰ ਸਖਤੀ ਇੰਨੀ ਕਰ ਦਿੱਤੀ ਹੈ ਕਿ ਦਿਨ ਦੇ ਵਕਤ ਤਾਂ ਸਿਰਫ ਲੋਕਾਂ ਦਾ ਆਉਣਾ ਜਾਣਾ ਬੰਦ ਕੀਤਾ, ਆਮ ਲੋਕਾਂ ਦਾ। ਰਾਤ ਨੂੰ 12 ਵਜੇ ਤੋਂ ਬਾਅਦ ਜੇ ਪੁਲਿਸ ਦੀ ਗੱਡੀ ਵੀ ਕੋਈ ਆਵੇ ਤੇ ਉਹ ਅਸੀਂ ਨਹੀਂ ਜਾਣ ਦੇਣੀ ਜੀ। ਇਹ ਕਰ ਦਿੱਤਾ ਗਿਆ। ਹੁਣ ਜਦੋਂ ਇਸ ਹੱਦ ਤੱਕ ਕੀਤਾ ਤੇ ਉਹਦੇ ਉੱਤੇ ਫਿਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੱਲ ਕੀਤੀ ਹੈ ਕਿ ਪਹਿਲਾਂ ਤੇ ਯੂਪੀ ਵਾਲੇ ਕਰਨ ਲੱਗੇ ਸੀ ਜੀ, ਤੇ ਬੈਠ ਕੇ ਗੱਲ ਹੋਈ, ਹੁਣ ਤੁਸੀਂ ਇੱਧਰੋਂ ਕਰ ਦਿੱਤਾ। ਦਿੱਲੀ ਵਿੱਚ ਏਡਾ ਕੀ ਹੋ ਗਿਆ? ਦਿੱਲੀ ਪਹਿਲਾਂ ਵੀ ਸ਼ਾਂਤ ਸੀ। ਤਬਲੀਗੀ ਮਰਕਜ਼ ਵਾਲਾ ਇੱਕ ਹੱਲਾ ਵੱਜਾ ਤੇ ਉੱਥੇ ਕੇਸ ਕਾਫੀ ਵੱਧ ਗਏ ਜੀ। ਪਰ ਉਹ ਇਕੱਲੇ ਤਬਲੀਗੀਆਂ ਦੇ ਨਹੀਂ ਸੀ, ਦੂਸਰਿਆਂ ਦੇ ਵੀ ਸੀ। ਤਬਲੀਗੀ ਤੇ ਹੋਰ ਸੂਬਿਆਂ 'ਚ ਵੀ ਗਏ। ਇੱਕ ਵਾਰੀ ਉਹਨਾਂ ਦਾ ਕਰਕੇ ਜਾ ਕੇ ਕੇਸ ਵਧੇ ਸਨ, ਪਰ ਜਿਹੜੇ ਹੁਣ ਮੁੰਬਈ 'ਚ ਵੱਧਦੇ ਜਾਂਦੇ ਨੇ, ਮਹਾਰਾਸ਼ਟਰ 'ਚ ਵੱਧਦੇ ਜਾਂਦੇ ਨੇ ਜੀ, ਗੁਜਰਾਤ ਵਿੱਚ ਵੱਧ ਰਿਹਾ, ਤੇ ਗੁਜਰਾਤ ਦੇ ਰਾਜਧਾਨੀ ਗਾਂਧੀ ਨਗਰ ਦੇ ਨਾਲ ਜਿਹੜਾ ਵੱਡਾ ਸ਼ਹਿਰ ਹੈ ਅਹਿਮਦਾਬਾਦ, ਉਹਦੇ 'ਚ ਵੱਧ ਰਹੇ ਨੇ। ਮੱਧ ਪ੍ਰਦੇਸ਼ 'ਚ ਵੱਧ ਰਿਹਾ ਤੇ ਉਹਦੇ ਸਭ ਤੋਂ ਖੂਬਸੂਰਤ, ਸਭ ਤੋਂ ਸਾਫ਼ ਸੁਥਰੇ ਸ਼ਹਿਰ ਇੰਦੌਰ 'ਚ ਵੱਧ ਰਹੇ ਨੇ। ਦਿੱਲੀ ਤੋਂ ਦੇ ਮੁਕਾਬਲੇ ਕੱਖ ਵੀ ਨਹੀਂ ਜੀ। ਇਕੱਲੇ ਮੁੰਬਈ ਸ਼ਹਿਰ ਦੇ ਵਿੱਚ 200 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਤੇ ਦਿੱਲੀ ਵਿੱਚ 4 ਦਿਨ ਲਗਾਤਾਰ 54 ਮੌਤਾਂ ਤੇ ਗੱਲ ਖੜੀ ਰਹੀ। ਕੱਲ 2 ਹੋਰ ਹੋਈਆਂ, 56 ਹੋਈਆਂ ਨੇ ਜੀ। ਦਿੱਲੀ ਵਿੱਚ ਤਾਂ 56 ਤੇ ਮੁੰਬਈ ਵੀ ਮਹਾਨਗਰ ਹੈ ਤੇ ਦਿੱਲੀ ਵੀ ਦੇਸ਼ ਦੇ ਵਿੱਚ ਮੁੰਬਈ ਤੋਂ ਬਾਅਦ ਦੂਸਰੇ ਨੰਬਰ ਦਾ ਮਹਾਨਗਰ ਦਿੱਲੀ ਹੈ। ਲੋਕਾਂ ਨੂੰ ਇਹ ਨਹੀਂ ਪਤਾ ਮੁੰਬਈ ਵੱਡਾ ਕਿ ਦਿੱਲੀ ਵੱਡਾ। ਤੇ ਇੱਥੋਂ ਇਸ ਤਰ੍ਹਾਂ ਰਸਤੇ ਬੰਦ ਕਰਕੇ ਇੱਕ ਕਿਸਮ ਦਾ ਪੋਲੀਟੀਕਲ ਪੱਖ ਤੋਂ ਕੁਝ ਜਿਵੇਂ ਹਾਸਲ ਕਰਨ ਦਾ ਯਤਨ ਕੀਤਾ ਗਿਆ। ਨਹੀਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ। ਜੇ ਕਰਨੀ ਵੀ ਹੋਵੇ ਤੇ ਚਾਹੀਦਾ ਇਹ ਸੀ ਕਿ ਦੋਵੇਂ ਸੂਬਿਆਂ ਵਾਲੇ ਆਪਸ ਵਿੱਚ ਬੈਠ ਕੇ ਕੋਈ ਸਲਾਹ ਕਰ ਲੈਂਦੇ, ਕੋਈ ਤਾਲਮੇਲ ਕਰਨਾ ਚਾਹੀਦਾ ਸੀ। ਉਹ ਨਹੀਂ ਕੀਤਾ ਗਿਆ, ਅਚਾਨਕ ਫੈਸਲਾ ਕਰ ਦਿੱਤਾ ਗਿਆ। ਉਸ ਅਚਾਨਕ ਕੀਤੇ ਫੈਸਲੇ ਦੇ ਨਾਲ ਦਿੱਲੀ ਦੇ ਲੋਕਾਂ ਵਿੱਚ ਵੀ ਰੋਸ ਹੈ ਔਰ ਦਿੱਲੀ ਦੇ ਮੁੱਖ ਮੰਤਰੀ ਨੇ ਵੀ ਇਸ ਗੱਲ ਤੇ ਰੋਸ ਜਤਾਇਆ। ਪਰ ਅਜੇ ਤੱਕ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਈ ਪੱਲਾ ਫੜਾਇਆ ਨਹੀਂ। ਇਹਦੇ 'ਚ ਜਦੋਂ 2 ਰਾਜਾਂ ਦਾ ਇਹੋ ਜਿਹਾ ਮਾਮਲਾ ਹੋਵੇ ਤੇ ਆਪਸ ਵਿੱਚ ਕੋਈ ਰਸਤਾ ਨਾ ਨਿਕਲੇ ਤੇ ਫਿਰ ਇੱਕੋ ਹੁੰਦਾ ਕਿ ਜਾਂ ਕੇਂਦਰ ਸਰਕਾਰ ਕੋਈ ਦਖਲ ਦੇਵੇ ਜਾਂ ਫਿਰ ਮਾਮਲਾ ਅਦਾਲਤਾਂ ਤੱਕ ਜਾਂਦਾ ਹੁੰਦਾ। ਇਹ ਮਾਮਲਾ ਇਸ ਤਰ੍ਹਾਂ ਦਾ ਨਹੀਂ ਹੈ। ਥੋੜੇ ਕਰੋਨਾ ਵਾਇਰਸ ਦੀ ਟੈਨਸ਼ਨ ਦੇ ਵਿੱਚ ਸਾਰੇ ਪਾਸੇ ਜਦੋਂ ਇੰਨਾ ਤਣਾਅ ਹੈ, ਉਸ ਤਣਾਤਣੀ ਦੇ ਵਿੱਚ ਅਦਾਲਤਾਂ ਤੱਕ ਤੇ ਜਾਣਾ ਨਹੀਂ, ਪਰ ਕੇਂਦਰ ਨੂੰ ਦਖਲ ਦੇ ਕੇ ਦੋਵਾਂ ਨਾਲ ਗੱਲ ਕਰਕੇ ਕੋਈ ਰਸਤਾ ਕੱਢਣਾ ਚਾਹੀਦਾ। ਸਮੱਸਿਆ ਆਜ਼ਾਦਪੁਰ ਮੰਡੀ 'ਚ ਸਮੱਸਿਆ ਆ ਰਹੀ ਹੈ, ਦੁਕਾਨਾਂ ਖੁਲਾਤੀਆਂ, ਪਰ ਉਹ ਦੁਕਾਨਾਂ ਖੋਲ੍ਹਣ ਦਾ ਫੈਸਲਾ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਹੋਇਆ। ਦਿੱਲੀ ਦੀ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਚੱਲੇ। ਇਹ ਵੀ ਆਖਿਆ ਇੰਨੀਆਂ ਦੁਕਾਨਾਂ ਅੱਜ ਖੁੱਲਣਗੀਆਂ, ਇੰਨੀਆਂ ਭਲਕੇ ਖੁੱਲਣਗੀਆਂ। ਉਹਦੇ ਬਾਵਜੂਦ ਉੱਥੇ ਕਈ ਕੇਸ ਹੋ ਗਏ। ਜਿਹੜੇ ਬਾਹਰੋਂ ਆਏ ਸਨ ਟਰੱਕਾਂ ਵਾਲੇ, ਉਹ ਇਕੱਲੇ ਦਿੱਲੀ ਦਾ ਤਾਂ ਨਹੀਂ ਸੀ, ਹਰਿਆਣੇ ਵਿੱਚੋਂ ਆਏ ਸੀ, ਯੂਪੀ 'ਚੋਂ ਆਏ ਸੀ, ਪਤਾ ਨਹੀਂ ਕਿੱਥੋਂ ਕਿੱਥੋਂ ਸਬਜ਼ੀਆਂ ਲੈ ਕੇ ਹੋਰ ਸਮਾਨ ਲੈ ਕੇ ਆਏ। ਮੁੰਬਈ ਤੱਕ ਦੇ ਟਰੱਕ ਆਉਂਦੇ ਪਏ ਸੀ।
ਜਿਹੜੇ ਇੱਥੋਂ ਟਰੱਕ ਆਉਂਦੇ ਪਏ ਸੀ ਉਹਨਾਂ ਚੋਂ ਕੌਣ ਬਿਮਾਰੀ ਲੈ ਕੇ ਆਇਆ ਕੌਣ ਨਹੀਂ, ਇਹ ਕੋ ਪਤਾ ਥੋੜਾ। ਲੇਬਰ ਕਿੱਥੋਂ ਕਿੱਥੋਂ ਦੀ ਆਈ ਹੈ ਕਈਆਂ ਸੂਬਿਆਂ ਦੀ, ਉਹ ਸਾਰਾ ਕੁਝ ਦਿੱਲੀ ਦੇ ਸਿਰ ਪਾ ਦੇਣਾ। ਦਿੱਲੀ ਤਾਂ ਪਹਿਲਾਂ ਹੀ ਇਸ ਗੱਲ ਨੂੰ ਭੁਗਤਦੀ ਪਈ ਆ, ਕਿਉਂਕਿ ਕੱਲੀ ਦਿੱਲੀ ਨਹੀਂ, ਜਿੰਨੇ ਵੱਡੇ ਸ਼ਹਿਰ ਹੈ, ਚੀਨ ਵਾਲੇ ਕਈ ਵਾਰ ਕਹਿ ਚੁੱਕੇ ਆ ਕਿ ਸਾਡਾ ਜਿਹੜਾ ਬੀਜਿੰਗ ਹੈ ਰਾਜਧਾਨੀ, ਉਹਨੂੰ ਰਾਜਧਾਨੀ ਹੋਣ ਕਰਕੇ ਹਰ ਕੋਈ ਇਹ ਸਮਝਦਾ ਕਿ ਉੱਥੇ ਜਾਵਾਂਗੇ ਕੋਈ ਨਾ ਕੋਈ ਤਾਂ ਮਾੜਾ ਚੰਗਾ ਕੰਮ ਮਿਲ ਹੀ ਜਾਵੇਗਾ। ਦੂਜੇ ਸੂਬਿਆਂ ਚੋਂ, ਛੋਟੇ ਸ਼ਹਿਰਾਂ ਚੋਂ ਲੋਕ ਬੀਜਿੰਗ ਵੱਲ ਭੱਜਦੇ ਨੇ ਜੀ। ਲੰਡਨ ਦੇ ਵਿੱਚ, ਬਰਤਾਨੀਆ 'ਚ ਇਹੀ ਸਮੱਸਿਆ ਕਿ ਆਸੇ-ਪਾਸੇ ਤੋਂ ਹਰ ਕੋਈ ਸੋਚਦਾ ਲੰਡਨ 'ਚ ਚੱਲ ਜਾਓ ਕੋਈ ਨਾ ਕੋਈ ਕੰਮ ਮਿਲ ਜਾਵੇਗਾ। ਅਬ ਬਰਤਾਨੀਆ ਵਿੱਚ ਵੀ ਜਾ ਕੇ ਕਈ ਲੋਕ ਘਰਾਂ ਚੋਂ ਖਾਂਦੇ ਪੀਂਦੇ ਪਰਿਵਾਰਾਂ ਚੋਂ ਗਏ ਨੇ, ਉੱਥੇ ਜਾ ਕੇ ਝੁੱਗੀਆਂ 'ਚ ਇਸ ਕਰਕੇ ਰਹਿਣ ਡਏ ਨੇ ਕਿ ਉਹਨਾਂ ਨੂੰ ਕੋਈ ਝਾਕ ਹੈ, ਕੋਈ ਆਸ ਹੈ, ਕੁਝ ਕੰਮ ਮਿਲਦੇ ਨੇ। ਕੁਝ ਉੱਥੇ ਸਾਫਟਵੇਅਰ ਕੰਪਨੀਆਂ 'ਚ ਕੰਮ ਕਰਦੇ ਆ ਪਰ ਝੁੱਗੀਆਂ 'ਚ ਰਹਿੰਦੇ ਨੇ। ਕਲਾਕਾਰ ਜਿਹੜੇ ਆ ਬਹੁਤ ਸਾਰੇ, ਜਿਹੜੇ ਅਜੇ ਬਹੁਤਾ ਚੜ ਕੇ ਹੀਰੋ ਨਹੀਂ ਬਣੇ, ਉਹ ਝੁੱਗੀਆਂ 'ਚ ਰਹਿੰਦੇ ਨੇ। ਸਾਡੇ 2-3 ਤੇ ਸੁਪਰਸਟਾਰ ਹੈ ਜਿਨ੍ਹਾਂ ਨੇ ਮੰਨਿਆ ਕਿ ਅਸੀਂ ਸੁਪਰਸਟਾਰ ਬਣਨ ਤੋਂ ਪਹਿਲਾਂ ਝੁੱਗੀਆਂ 'ਚ ਰਹਿੰਦੇ ਰਹੇ। ਇਹ ਜਿਹੜੇ ਲੋਕ ਨੇ ਸਾਰੇ, ਉਹ ਮੁੰਬਈ ਦੇ ਤਾਂ ਨਹੀਂ, ਦਿੱਲੀ ਵਿੱਚ ਵੀ ਜਿਹੜੇ ਇਸ ਤਰ੍ਹਾਂ ਲੋਕ ਵਸਦੇ ਆ ਉਹ ਇਕੱਲੇ ਦਿੱਲੀ ਦੇ ਤਾਂ ਨਹੀਂ, ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆ ਕੇ ਉੱਥੇ, ਪਰ ਸਾਰੇ ਦਾ ਭਾਂਡਾ ਉਹ ਤਬੇਲੇ ਦੀ ਬੜਾ ਵਛੇਰੇ ਦੇ ਗਲ ਪਾ ਦਿਓ। ਇਹ ਜਿਹੜਾ ਤਰੀਕਾ ਵਰਤਿਆ ਗਿਆ ਇਹ ਗਲਤ ਹੈ। ਪਰ ਸਾਹਿਬ ਇੱਕ ਪਾਸੇ ਤੇ ਕੱਲ ਕੇਂਦਰ ਸਰਕਾਰ ਨੇ ਜਿੱਦਾਂ ਕਹਿ ਦਿੱਤਾ ਕਿ ਜੇ ਕੋਈ ਕਿਤੇ ਮਜ਼ਦੂਰ ਆ ਜਾਂ ਜੇ ਕੋਈ ਕਿਤੇ ਫਸ ਗਿਆ ਜਾਂ ਕੋਈ ਤੀਰਥ ਯਾਤਰੀ ਸੀਗਾ ਉਹ ਰਹਿ ਗਿਆ ਤੇ ਉਹ ਆਪਣੀ ਜਗ੍ਹਾ ਦੇ ਉੱਪਰ ਜਾ ਸਕਦਾ। ਹੁਣ ਜਦੋਂ ਜਾਣ ਆਉਣ ਦੀ ਖੁੱਲ੍ਹਿਆ ਤੇ ਇਹ ਤੇ ਬਹੁਤ ਨੈਚੁਰਲ ਹੈ ਕਿ ਜੇ ਇੱਕ ਸਟੇਟ ਦੇ ਵਿੱਚ ਫਸਿਆ ਤੇ ਉਹਨੇ ਦੂਜੇ ਥਾਣੀ ਲੰਘ ਕੇ ਜਾਂ ਦੂਸਰੇ ਸਟੇਟ 'ਚ ਆਪਣੇ ਘਰ ਜਾਣਾ, ਤੇ ਜਦੋਂ ਉਹ ਕਹਿੰਦੇ ਵੀ ਅਸੀਂ ਬਾਰਡਰ ਸੀਲ ਕਰਨਾ, ਅਸੀਂ ਲੰਘਣ ਨਹੀਂ ਦੇਣਾ, ਤੇ ਫਿਰ ਇਹ ਦੋਵੇਂ ਚੀਜ਼ਾਂ ਕਿੱਦਾਂ ਨਾਲੋਂ ਨਾਲ ਚੱਲਣਗੀਆਂ? ਇਹ ਜਾ ਵੀ ਰਹੇ ਨੇ ਲੋਕ। ਹੁਣ ਜੇ ਦਿੱਲੀ ਤੋਂ ਸਿੱਧਾ ਇੱਥੇ ਨਾ ਵੜ ਨਹੀਂ ਦੇਣਾ, ਕੋਈ ਦਿੱਲੀ ਚੋਂ ਪਰੇ ਯੂਪੀ ਨੂੰ ਚਲਾ ਗਿਆ, ਯੂਪੀ ਘੁੰਮਦੀ ਆ ਜਮਨਾ ਨਗਰ ਤੱਕ ਆ ਜਾਂਦੀ ਆ, ਜਗਾਦਰੀ ਤੱਕ ਜੀ, ਤੇ ਜਗਾਦਰੀ ਤੋਂ ਕੋਈ ਅੰਬਾਲੇ ਚ ਆ ਜਾਊਗਾ ਤੇ ਉਹਨੂੰ ਕਿੱਦਾਂ ਰੋਕ ਲੈਣਗੇ? ਅਸੀਂ ਇਹ ਜਿਹੜਾ ਉਹ ਡੋਨਲਡ ਟਰੰਪ ਨੇ ਕੀਤਾ ਸੀ ਕਿ ਚੀਨ ਦੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਤੇ ਯੂਰਪ ਦੀਆਂ ਖੁੱਲੀਆਂ ਰਹਿਣ ਦਿੱਤੀਆਂ, ਤੇ ਚੀਨ ਵਿੱਚੋਂ ਜਿਨ੍ਹਾਂ ਨੇ ਆਉਣਾ ਸੀ ਉਹ ਇੱਥੋਂ ਲੰਡਨ ਦੀ, ਐਮਸਟਰਡਮ ਦੀ, ਫਰੈਂਕਫਰਟ ਦੀ, ਮਿਲਾਨ ਦੀ, ਉੱਥੋਂ ਦੀ ਟਿਕਟ ਬੁੱਕ ਕਰਾਉਂਦੇ ਸੀ, ਉੱਥੋਂ ਕਨੈਕਟਿੰਗ ਫਲਾਈਟ ਲੈ ਕੇ ਤੇ ਅਮਰੀਕਾ ਤੁਰੇ ਜਾਂਦੇ ਸੀ, ਤੇ ਉਹਦੇ ਨਾਲ ਗੱਲ ਤਾਂ ਫਿਰ ਉੱਥੇ ਰਹਿ ਗਈ ਸੀ ਕਿ ਜਾਂ ਤਾਂ ਫਿਰ ਹਰਿਆਣਾ ਬੰਦ ਕਰਨਾ, ਸਾਰੇ ਪਾਸਿਆਂ ਤੋਂ ਬੰਦ ਕਰ ਦੇਣ, ਰਾਜਸਥਾਨ ਤੋਂ ਵੀ ਬੰਦ ਕਰ ਦੇਣ। ਜੇ ਉੱਥੋਂ ਦਿੱਲੀ ਵਾਲੇ ਇੱਧਰ ਨਾ ਆਉਣ, ਸਿੱਧੇ ਰਾਜਸਥਾਨ ਚੱਲ ਜਾਣ ਤੇ ਰਾਜਸਥਾਨ ਦੇ ਵਿੱਚੋਂ ਇੱਧਰ ਨੂੰ ਆਣ ਵੜਨ, ਤੇ ਫਿਰ ਕੀ ਕਰਨਗੇ? ਇਹ ਜਿਹੜਾ ਇਹਨਾਂ ਨੇ ਢੰਗ ਅਪਣਾਇਆ ਨਾ, ਉਹਦੇ ਤੋਂ ਲੱਗਦਾ ਇਹ ਆ ਕਿ ਨਾ ਇਹਨਾਂ ਨੂੰ ਦਿੱਲੀ ਉੱਥੋਂ ਯੂਪੀ ਤੋਂ ਕੋਈ ਖਤਰਾ ਜਾਪਦਾ, ਨਾ ਰਾਜਸਥਾਨ ਤੋਂ ਖਤਰਾ ਜਾਪਦਾ, ਨਾ ਦਿੱਲੀ ਵਾਲਾ ਕੋਈ ਉਧਰ ਦੀ ਘੁੰਮ ਕੇ ਆਵੇ ਤਾਂ ਖਤਰਾ ਜਾਪਦਾ। ਇਹਨਾਂ ਨੇ ਸਿਰਫ ਇੱਕ ਢੰਗ ਨਾਲ ਉਹਨੂੰ ਪੋਲੀਟੀਕਲੀ ਚੋਟ ਕਰਨ ਦਾ ਯਤਨ ਕੀਤਾ। ਉਹ ਹੁਣ ਜਿਸ ਤਰ੍ਹਾਂ ਦੀ ਟਸਲ ਜੀ ਬਣਦੀ ਪਈ ਆ, ਇਹ ਨਾ ਬਣਦੀ ਤੇ ਚੰਗਾ ਸੀ। ਦੋਵੇਂ ਮੁੱਖ ਮੰਤਰੀਆਂ ਨੂੰ ਪਹਿਲਾਂ ਆਪੋ ਚ ਗੱਲ ਕਰਨੀ ਚਾਹੀਦੀ ਸੀ। ਤੁਸੀਂ ਹੁਣੇ ਜ਼ਿਕਰ ਕੀਤਾ ਪਨੂ ਸਾਹਿਬ ਕਿ ਵੀ ਅਮਰੀਕਾ ਨੇ ਚਾਈਨਾ ਵਾਲੀਆਂ ਫਲਾਈਟਾਂ ਰੋਕੀਆਂ ਸੀ, ਬਾਕੀ ਨਹੀਂ ਸੀ ਰੋਕਿਆ, ਤੇ ਜੋ ਕੁਝ ਉਹਨਾਂ ਗਲਤੀ ਕੀਤੀ ਉਹ ਭੁਗਤਦਾ ਵੀ ਪਿਆ ਅਮਰੀਕਾ। ਪਰ ਹੁਣ ਇਹ ਸੁਣ ਚ ਆਇਆ ਕਿ ਜਿਹੜੀ CIA ਹੈ ਅਮਰੀਕਾ ਦੀ, ਉਹ ਕਹਿੰਦੇ ਕਿ ਅਸੀਂ ਜਨਵਰੀ ਫਰਵਰੀ ਚ 12 ਵਾਰ ਕਹਿ ਚੁੱਕੇ ਸੀਗੇ ਪ੍ਰੈਜ਼ੀਡੈਂਟ ਨੂੰ ਕਿ ਮਹਾਰਾਜ ਇਹ ਕੰਮ ਵਿਗੜਦਾ ਜਾਂਦਾ, ਕੁਝ ਕਰ ਲਓ। ਇਹਦਾ ਮਤਲਬ ਉਹ ਬਾਊ ਦੇ ਸਿਰ ਤੇ ਕੋਈ ਜੂੰ ਹੀ ਸਰਕੀ ਨਹੀਂ ਜੀ। ਦੇਖੋ, ਡੋਨਲਡ ਟਰੰਪ ਆਪਣੀ ਕਿਸਮ ਦਾ ਬੰਦਾ, ਉਹਦਾ ਪਤਾ ਹੀ ਨਹੀਂ ਕੀ ਕਰਨਾ, ਕੋਈ ਅੱਜ ਤੱਕ ਇਹ ਅੰਦਾਜ਼ਾ ਨਹੀਂ ਲਾ ਸਕਿਆ। ਆ ਕੱਲ ਖਬਰ ਆਈ ਹੈ ਕਿ ਪਿਛਲੇ 51 ਦਿਨਾਂ ਦੇ ਵਿੱਚ 600 ਵਾਰ ਉਹਨੇ ਆਪਣੇ ਆਪ ਦੀ ਸਿਫਤ ਕੀਤੀ ਆ। ਮੈਂ ਆ ਕਰਤਾ, ਮੇਰੇ ਨਾਲ ਦਾ ਕੋਈ ਕਰ ਨਹੀਂ ਸਕਿਆ, ਮੈਂ ਬਹੁਤ ਵਧੀਆ ਕਰਤਾ ਜੀ। ਉਹ ਜੇ ਕੋਈ ਦੂਜਾ ਨਾ ਕਰੇ, ਆਪਣੀ ਸਿਫਤ ਆਪੇ ਵੀ ਕਰੀ ਜਾਂਦਾ। ਇਦਾਂ ਦਾ ਧੁੰਨ ਦਾ ਪੱਕਾ, ਉਹ ਨਹੀਂ ਪਰਵਾਹ ਕਰਦਾ ਕਿਸੇ ਦੀ। ਹੁਣ ਜਿਹੜੀ ਗੱਲ ਨਿਊਯਾਰਕ ਦੇ ਗਵਰਨਰ ਨੇ ਆਖੀ ਸੀ ਕਿ ਇਹਨੂੰ ਪਤਾ ਸੀ ਤੇ ਇਹਨੇ ਉਹ ਪ੍ਰਬੰਧ ਕੋਈ ਨਹੀਂ ਕੀਤਾ, ਉਹਦੇ ਤੋਂ ਪਹਿਲਾਂ ਅਸੀਂ ਕਹਿੰਦੇ ਸਾਂ ਜੀ। ਔਰ ਮੈਨੂੰ ਇਹ ਪਤਾ ਕਿ ਉੱਥੋਂ ਦੇ ਅਮਰੀਕਾ ਦੇ ਕੁਝ, ਹੋ ਸਕਦਾ ਰਿਪਬਲਿਕਨਸ ਦੇ ਨਾਲ ਨੇੜ ਵਾਲੇ ਹੋਣ, ਉੱਥੋਂ ਕੁਝ ਸੱਜਣਾ ਨੇ ਸਾਡੇ ਖਿਲਾਫ ਟਿੱਪਣੀਆਂ ਵੀ ਕੀਤੀਆਂ ਕਿ ਤੁਹਾਨੂੰ ਜਦੋਂ ਕੁਝ ਨਹੀਂ ਲੱਭਦਾ ਉਦੋਂ ਤੁਸੀਂ ਡੋਨਲਡ ਟਰੰਪ ਦੇ ਖਿਲਾਫ ਲੱਗ ਪੈਂਦੇ। ਜਿਸ ਦਿਨ ਨਿਊਯਾਰਕ ਦੇ ਗਵਰਨਰ ਨੇ ਉਹਦੀ ਝੰਡ ਕਰ ਦਿੱਤੀ ਕਿ ਇਸ ਬੰਦੇ ਨੇ ਮਰਵਾਤਾ, ਅਸੀਂ ਫਸੇ ਪਏ ਹਾਂ, ਇਹ ਉੱਥੇ ਚੁਟਕਲੇ ਸੁਣਾਉਂਦਾ ਪਿਆ, ਇਹ ਜੋ ਕੁਝ ਕਰਦਾ ਪਿਆ, ਇਹਨੇ ਵੇਲੇ ਸਿਰ ਪ੍ਰਬੰਧ ਨਹੀਂ ਕੀਤੇ, ਉਦੋਂ ਬਾਅਦ ਥੋੜਾ ਜਿਹਾ ਅਮਰੀਕਾ ਦੇ ਲੋਕਾਂ 'ਚ ਵੀ ਹਿਲਜੁਲ ਹੋਈ। ਕੱਲ ਅਮਰੀਕਾ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਹੈ CIA, ਜਿਹੜੀ ਸਾਰੀ ਦੁਨੀਆ ਦੇ ਵਿੱਚ ਇੱਕ ਆਪਣੀ ਵੱਖਰੀ ਕਿਸਮ ਦੀ ਦਹਿਸ਼ਤ ਵਾਲੀ ਏਜੰਸੀ ਗਣੀ ਜਾਂਦੀ ਹੈ, ਜਿਹਦੇ ਤੋਂ ਸਾਰੀਆਂ ਸਰਕਾਰਾਂ ਦੇ ਕਰਤੇ ਧਰਤੇ ਡਰਦੇ ਆ ਵੀ ਪਤਾ ਨਹੀਂ ਕਿਹਦਾ ਅੰਦਰੋਂ ਇਹਨੇ ਕੀ ਸੂਹ ਕੱਢ ਕੇ ਕੀ ਕਰ ਦੇਣਾ। ਕਈਆਂ ਥਾਵਾਂ ਤੇ ਸਰਕਾਰਾਂ ਪਲਟਣ ਦਾ ਦੋਸ਼ ਵੀ ਪਿਛਲੇ ਸਮੇਂ 'ਚ 1970, 72, 74 ਤੱਕ ਲੱਗਦਾ ਰਿਹਾ। ਦਿੱਲੀ ਦੀ ਸਰਕਾਰ ਪਲਟਾਈ ਸੀ, ਇਦਾਂ ਕਈ ਪਲਟਾਈਆਂ ਸਨ ਜੀ। ਉਹ ਜਿਹੜੀ ਏਜੰਸੀ ਹੈ, ਸਭ ਤੋਂ ਵੱਡੀ ਏਜੰਸੀ, ਉਹਦੇ ਕੁਝ ਮੌਜੂਦਾ ਤੇ ਕੁਝ ਸਾਬਕਾ ਅਧਿਕਾਰੀਆਂ ਨੇ ਕੱਲ ਵਾਸ਼ਿੰਗਟਨ ਪੋਸਟ ਨੂੰ
ਸਿੱਧੇ ਤੌਰ ਤੇ ਆਖਿਆ ਕਿ ਡੋਨਲਡ ਟਰੰਪ ਨੂੰ ਅਸੀਂ ਜਨਵਰੀ ਫਰਵਰੀ 'ਚ 12 ਵਾਰੇ ਸਿਗਨਲ ਦਿੱਤੇ ਕਿ ਚੀਨ ਦੀ ਬਿਮਾਰੀ ਵਧੀ ਜਾਂਦੀ, ਉਹ ਵੱਧਦੀ ਆਪਣੇ ਘਰ ਤੱਕ ਆ ਸਕਦੀ ਆ ਤੇ ਸ਼੍ਰੀਮਾਨ ਕੁਝ ਕਰ ਲਓ। ਇਹਨੇ ਕੀਤਾ ਹੀ ਨਹੀਂ। ਉਹ ਕਰਨ ਦੀ ਥਾਂ ਕੀ ਕੀਤਾ ਸੀ, ਫਰਵਰੀ ਦੇ ਅੱਧ ਵਿੱਚ ਵੀ ਇੱਕ ਵਾਰੀ ਉਹਨੂੰ ਪੁੱਛਿਆ ਗਿਆ ਕਿ ਜੀ ਬਿਮਾਰੀ ਤਾਂ ਬਹੁਤ ਚੜੀ ਆਉਂਦੀ ਆ ਤੇ ਤੁਸੀਂ ਉਹਦੇ ਬਾਰੇ ਕੁਝ ਕਰ ਕੋਈ ਨਹੀਂ ਰਹੇ ਜੀ। ਤੇ ਉਹਨੇ ਜਵਾਬ ਇਹ ਦਿੱਤਾ ਸੀ ਤੇਰਾ 4 ਦਿਨਾਂ ਦੀ ਗੱਲ ਹੈ। ਫਿਰ ਇਹਨੇ ਜਾਦੂ ਦੇ ਸੀਨ ਵਾਂਗੂ ਹੁੰਦਾ ਹੀ ਖਤਮ ਹੋ ਜਾਣਾ ਇੱਕ ਦਿਨ। ਉਹਨੇ ਕੋਈ ਪਰਵਾਹ ਹੀ ਨਹੀਂ ਕੀਤੀ ਬਿਲਕੁਲ। ਹੁਣ ਜਿਹੜਾ ਇਹ ਇੱਕ ਸਾਬਕਾ ਅਧਿਕਾਰੀਆਂ ਨੇ ਇਹ ਜਾ ਕੇ ਗੱਲ ਵਾਸ਼ਿੰਗਟਨ ਪੋਸਟ ਨੂੰ ਆਖੀ, ਜਦੋਂ ਸਾਬਕਾ ਅਧਿਕਾਰੀ ਬੋਲਦੇ ਆ ਤੇ ਅਸਲ 'ਚ ਉਹ ਨਹੀਂ ਬੋਲ ਰਹੇ ਹੁੰਦੇ, ਏਜੰਸੀ ਆਪਣੇ ਸਾਬਕਾ ਅਧਿਕਾਰੀਆਂ ਦੇ ਰਾਹੀਂ ਬੋਲ ਰਹੀ ਹੁੰਦੀ ਹੈ ਜੀ। ਇੱਕ ਵਾਰੀ ਸਾਡੇ ਪੰਜਾਬ ਦੇ ਨਾਲ ਦੀ ਇੱਕ ਸਟੇਟ ਦੇ ਵਿੱਚੋਂ ਇੱਕ ਮੁੱਖ ਮੰਤਰੀ ਨੇ ਪੋਲੀਟੀਕਲ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨਾਲ ਉਦੋਂ ਵਾਲੇ ਨਾਲ ਟਕਰਾ ਸੀ। ਹੁਣ ਮੈਂ ਇਹ ਨਹੀਂ ਦੱਸਣਾ ਕਿ ਪ੍ਰਧਾਨ ਮੰਤਰੀ ਕਿਹੜੀ ਪਾਰਟੀ ਦਾ ਸੀ ਤੇ ਉਹ ਕਿਹੜੀ ਪਾਰਟੀ ਦਾ ਸੀ, ਦੋਵੇਂ ਅੱਡ-ਅੱਡ ਪਾਰਟੀਆਂ ਦੇ ਸੀ ਜੀ। ਉਸ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਟਕਰਾ 'ਚ ਕੁਝ ਇਹੋ ਜਿਹਾ ਬਿਆਨ ਦੇ ਦਿੱਤਾ ਜਿਹੜਾ ਸਿੱਧੇ ਤੌਰ ਤੇ ਆਰਮੀ ਦੇ ਖਿਲਾਫ ਸੀ, ਸਾਡੀ ਫੌਜ ਦੇ ਖਿਲਾਫ। ਫੌਜ ਵਾਲੇ ਇਹਦੇ ਤੋਂ ਉਸ ਬਿਆਨ ਤੋਂ ਬਹੁਤ ਔਖੇ ਹੋਏ, ਪਰ ਅਗਲੇ ਦਿਨ ਤੱਕ ਉਹਦਾ ਜਵਾਬ ਫੌਜ ਨੇ ਨਹੀਂ ਦਿੱਤਾ। ਜਿਹੜੀ ਉਸ ਸੂਬੇ ਦੇ ਵਿੱਚ ਸਾਬਕਾ ਫੌਜੀਆਂ ਦੀ ਜਥੇਬੰਦੀ ਸੀ, ਫੌਜੀ ਅਫਸਰਾਂ ਦੀ ਜਥੇਬੰਦੀ ਸੀ, ਉਹਦੇ ਚੇਅਰਮੈਨ ਨੂੰ ਸੱਦ ਕੇ 2 ਅਫਸਰਾਂ ਨੇ ਇਕੱਲਿਆਂ ਬਹਿ ਕੇ ਗੱਲ ਦੱਸੀ ਕਿ ਆਹ ਕਹਾਣੀ ਆ ਤੇ ਹੁਣ ਕੀ ਕਰਨਾ। ਤੇ ਉਹ ਹੰਡਿਆ ਵਰਤਿਆ ਸੀ, ਸਾਬਕਾ ਮੇਜਰ ਜਨਰਲ ਸੀ। ਉਹਨੇ ਪ੍ਰੈਸ ਸਾਰੀ ਇਕੱਠੀ ਕਰਕੇ ਤੇ ਉਹਨੇ ਆਖਿਆ ਪੋਲੀਟੀਕਲ ਲੀਡਰ ਹੁੰਦੇ ਕੌਣ ਹੈ, ਇਹ ਆਪਣਾ ਘਰ ਸਾਂਭਣ। ਨਾਲ ਉਹਨੇ ਉਹਦੇ ਬਾਰੇ ਜੋ ਕੱਚਾ ਚਿੱਠਾ ਸਾਰਾ ਦੱਸਦਾ ਕਿ ਸਾਨੂੰ ਨਹੀਂ ਪਤਾ ਇਹ ਕੀ ਕਰਦਾ ਪਿਆ, ਇਹਦਾ ਮੁੱਖ ਮੰਤਰੀ ਦਾ ਵਿਹਾਰ ਸਾਨੂੰ ਵੀ ਪਤਾ ਜੀ। ਇਹ ਤੇ ਸਰਕਾਰ ਆਪਸੀ ਲੜਾਈ ਲੜਨ, ਇਹਨਾਂ ਨੇ ਫੌਜ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਿਉਂ ਕਰ ਦਿੱਤੀ ਹੈ। ਹੁਣ ਸਟੇਟ ਸਾਡੇ ਪੰਜਾਬ ਦੇ ਇਰਦ ਗਿਰਦ ਵਾਲੀਆਂ 3-4 ਸਟੇਟਾਂ ਚੋਂ ਸੀ, ਇੱਕ ਸਟੇਟ ਸੀ ਉਹ ਮਸਲਾ ਜਿਹੜਾ ਸੀ ਘੱਟੋ ਘੱਟ ਜੰਮੂ ਕਸ਼ਮੀਰ ਨਹੀਂ ਸੀ ਜੀ। ਅੱਛਾ, ਉਹ ਜਿਹੜਾ ਮਸਲਾ ਸੀ ਫਿਰ ਬੜੀ ਦੂਰ ਤੱਕ ਗਿਆ ਸੀ ਤੇ ਫਿਰ ਉਸ ਮੁੱਖ ਮੰਤਰੀ ਨੂੰ ਇੱਕ ਤਰ੍ਹਾਂ ਨਾਲ ਮਾਫੀ ਮੰਗਣ ਵਾਂਗ ਮੀਡੀਆ 'ਚ ਜਾ ਕੇ ਕਹਿਣਾ ਪਿਆ ਸੀ ਕਿ ਮੇਰਾ ਇਸ ਤਰ੍ਹਾਂ ਕਰਨਾ ਹੈ ਗਲਤ ਸੀ, ਮੈਨੂੰ ਇਹ ਲਫ਼ਜ਼ ਨਹੀਂ ਸੀ ਵਰਤਣੇ ਚਾਹੀਦੇ। ਹੁਣ ਇੱਥੇ ਵੀ ਜਦੋਂ ਸਾਬਕਾ ਅਧਿਕਾਰੀ ਵਰਤੇ ਆ ਤੇ ਅਸਲ 'ਚ ਸੀਆਈਏ ਦੇ ਸਾਬਕਾ ਅਧਿਕਾਰੀ ਆਪਣੇ ਆਪ ਨਹੀਂ ਬੋਲੇ, ਉਹ ਸੀਆਈਏ ਦੇ ਕੁਝ ਹੋਣ ਵਾਲੇ ਅਫਸਰਾਂ ਨੂੰ ਉਹਨਾਂ ਨੇ ਉਹ ਬੈਠ ਕੇ ਬਰੀਫਿੰਗ ਕੀਤੀ ਹੋਗੀ ਕੀ ਗੱਲ ਹੈ। ਔਰ ਇਹਨਾਂ ਅਫਸਰਾਂ ਨੇ ਵਾਸ਼ਿੰਗਟਨ ਪੋਸਟ ਅਖਬਾਰ ਦੇ ਨਾਲ ਗੱਲ ਕਰਦਿਆਂ ਨਾਲ ਇਹ ਵੀ ਆਖਿਆ ਕਿ ਅਸੀਂ ਬੋਲਣਾ ਨਹੀਂ ਸੀ ਚਾਹੁੰਦੇ, ਅਸੀਂ ਹੁਣ ਤੱਕ ਚੁੱਪ ਸਾਂ, ਪਰ ਹੁਣ ਅਸੀਂ ਦੇਸ਼ ਦੇ ਹਿੱਤ 'ਚ ਨੈਸ਼ਨਲ ਇੰਟਰਸਟ ਵਿੱਚ ਬੋਲੇ ਆ ਤੇ ਸਾਨੂੰ ਇਹ ਬੋਲਣਾ ਪਿਆ। ਇਹਦੇ ਨਾਲ ਅੱਗੋਂ ਚੋਣਾਂ ਆਉਂਦੀਆਂ ਪਈਆਂ ਨੇ, ਡੋਨਲਡ ਟਰੰਪ ਦੀ ਪੋਜੀਸ਼ਨ ਨਾਲ ਬਹੁਤ ਕਮਜ਼ੋਰ ਹੋ ਜਾਂਦੀ ਦੇਸ਼ ਦੇ ਲੋਕਾਂ ਸਾਹਮਣੇ ਕਿ ਦੇਸ਼ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਦੇ ਅਫਸਰ ਉਹਦੇ ਬਾਰੇ ਕੀ ਕਹਿੰਦੇ ਪਏ ਕਿ ਆਹ ਕੁਝ ਕਰਤਾ, ਇਹਨੇ ਮੁਲਕ ਮਰਵਾ ਕੇ ਰੱਖ ਦਿੱਤਾ। ਸੋ ਇਹ ਉਹਦੇ ਵਾਸਤੇ ਹੁਣ ਕਾਫੀ ਵੱਡਾ ਇੱਕ ਵੱਡੀ ਸੈਟਬੈਕ ਹੈ ਜਿਹੜਾ ਉਹਨੂੰ ਝੱਲਣੀ ਪੈਣੀ ਆ, ਲੋਕਾਂ ਸਾਹਮਣੇ ਜਾਣਾ ਪੈਣਾ। ਅੱਜ ਪਤਾ ਲੱਗਾ ਕਿ ਉਹਨੇ ਇਸ ਮਹੀਨੇ ਤੋਂ ਆਪਣੇ ਪ੍ਰੋਗਰਾਮ ਬਣਾਉਣੇ ਸ਼ੁਰੂ ਕਰਤੇ ਆ, ਅੱਡ-ਅੱਡ ਸੂਬਿਆਂ 'ਚ ਰੈਲੀਆਂ ਕਰਨੀਆਂ। ਇਹ ਹੋ ਸਕਦਾ ਕਿ ਰੈਲੀਆਂ 'ਚ ਵੀ ਇਸ ਗੱਲ ਦਾ ਰੌਲਾ ਪਵੇ, ਕੁਝ ਲੋਕ ਇਹਦਾ ਵਿਰੋਧ ਕਰਨ ਵੀ ਰੈਲੀ ਚੱਲਦੀ ਕਿ ਨਹੀਂ, ਪਰ ਰੈਲੀਆਂ ਤੋਂ ਅੱਗੋਂ ਜਾਂ ਰੈਲੀਆਂ ਤੋਂ ਪਿੱਛੋਂ ਵੀ ਮੁਲਕ ਵਿੱਚ ਅੱਗ ਲੱਗੀ ਆ, ਲਾਸ਼ਾਂ ਵਿਛ ਰਹੀਆਂ ਨੇ ਤੇ ਤੈਨੂੰ ਆਪਣੀ ਰਾਜਨੀਤੀ ਸੁੱਝ ਰਹੀ ਹੈ। ਆਪਣੇ ਕਦਮਾਂ ਦੇ ਨਾਲ ਡੋਨਲਡ ਟਰੰਪ ਫਸਦਾ ਜਾ ਰਿਹਾ ਜੀ। ਪਰ ਵੈਸੇ ਜਿਹੜਾ ਹੁਣ ਤੱਕ ਉਹ ਕਹਿੰਦਾ ਸੀ ਕਿ ਨਰਿੰਦਰ ਮੋਦੀ ਇਜ਼ ਮਾਈ ਬੈਸਟ ਫਰੈਂਡ, ਹੁਣ ਸੁਣ 'ਚ ਆਇਆ ਨਰਿੰਦਰ ਮੋਦੀ ਸਾਹਿਬ ਨੂੰ ਟਵਿੱਟਰ ਤੋਂ ਅਨਫੋਲੋ ਕਰਤਾ ਜੀ। ਉਹ ਪਹਿਲਾਂ ਵੀ ਟਵਿੱਟਰ ਦੇ ਉੱਤੇ ਨਰਿੰਦਰ ਮੋਦੀ ਨੂੰ ਫਾਲੋ ਨਹੀਂ ਸੀ ਕਰਦੇ ਜੀ। ਵਾਈਟ ਹਾਊਸ ਦੀ ਇੱਕ ਆਪਣੀ ਵਿਸ਼ ਲਿਸਟ ਆ ਜਿਹਦੇ ਵਿੱਚ ਲਾਈਕ ਅਨਲਾਈਕ ਕਈ ਰੱਖੇ ਹੁੰਦੇ ਨੇ। ਜਦੋਂ ਪਿਛਲੇ ਮਹੀਨੇ ਅਚਾਨਕ ਲੋੜ ਪਈ, ਖਾਸ ਤੌਰ ਤੇ ਜਦੋਂ ਸਾਡੇ ਤੋਂ ਦਵਾਈ ਲੈਣੀ ਸੀ ਹਾਈਡਰੋਕਸੀ ਕਲੋਰੋਕੁਇਨ ਜੀ, ਉਸ ਦਵਾਈ ਲੈਣ ਤੋਂ ਪਹਿਲੇ ਦਿਨਾਂ 'ਚ ਉਹਨਾਂ ਨੇ ਨਰਿੰਦਰ ਮੋਦੀ ਨਾਲ ਕਾਫੀ ਜ਼ਿਆਦਾ ਹੇਜ ਵਿਖਾਇਆ। ਮੁੜ ਕੇ ਉੱਥੋਂ ਇਸ ਤਰ੍ਹਾਂ ਦੇ ਇਸ਼ਾਰੇ ਆਉਂਦੇ ਨੇ। ਫਿਰ ਇੱਧਰ ਸਮੱਸਿਆ ਇਹ ਸੀ ਕਿ ਸਾਡੇ ਕੋਲ ਦਵਾਈ ਘੱਟ ਸੀ। ਘੱਟ ਇਸ ਕਰਕੇ ਸੀ ਕਿਉਂਕਿ ਜਦੋਂ ਚੀਨ ਵਿੱਚ ਬਿਮਾਰੀ ਉੱਠੀ ਤੇ ਅਸੀਂ ਚੀਨ ਤੋਂ ਲੈਣ ਦੇਣ ਬੰਦ ਕਰਤਾ ਤੇ ਕੱਚਾ ਮਾਲ ਹਾਈਡਰੋਕਸੀ ਕਲੋਰੋਕੁਇਨ ਵਾਸਤੇ ਆਉਂਦਾ ਸੀ ਸਾਰਾ ਚੀਨ ਤੋਂ ਜੀ, ਉੱਥੋਂ ਕੱਚਾ ਮਾਲ ਆਉਣਾ ਬੰਦ ਹੋ ਗਿਆ। ਇੱਥੇ ਦਵਾਈ ਦੀ ਪ੍ਰੋਡਕਸ਼ਨ ਬੰਦ ਹੋ ਗਈ ਕਿਉਂਕਿ ਦਵਾਈ ਬਣਨੀ ਬੰਦ ਹੋ ਗਈ, ਘੱਟ ਹੋ ਗਈ। ਇਸ ਕਰਕੇ ਅਸੀਂ ਅਮਰੀਕਾ ਨੂੰ ਦੇ ਨਹੀਂ ਸਕਦੇ। ਉਹਨਾਂ ਨੇ ਬੜਾ ਹੇਜ ਵਿਖਾਇਆ, ਉਦੋਂ ਨਰਿੰਦਰ ਮੋਦੀ ਨੂੰ ਫਾਲੋ ਕਰਨ ਵਾਲੀ ਵਿਸ਼ ਲਿਸਟ ਵਿੱਚ ਪਾ ਦਿੱਤਾ ਸੀ। ਫਿਰ ਇੱਕ ਦਿਨ ਗੁੱਸਾ ਜਿਹਾ ਚੜ ਗਿਆ ਕਿ ਦਵਾਈ ਤਾਂ ਸਾਨੂੰ ਦਿੰਦੇ ਨਹੀਂ, ਤੇ ਉਸ ਦਿਨ ਡੋਨਲਡ ਟਰੰਪ ਨੇ ਇਹ ਵੀ ਕਹਿਤਾ ਸੀ ਜਾਂ ਤਾਂ ਦਵਾਈ ਦੇ ਦੇਣ ਜਾਂ ਫਿਰ ਅਸੀਂ ਜਵਾਬੀ ਕਾਰਵਾਈ ਕਰਾਂਗੇ। ਤੁਹਾਨੂੰ ਯਾਦ ਹੋਵੇਗਾ ਉਹਨੇ ਬਿਆਨ ਦਿੱਤਾ ਸੀ ਔਰ ਉਸ ਬਿਆਨ ਤੋਂ ਇੱਕ ਦਿਨ ਦੇ ਅੰਦਰ ਮੁੜ ਕੇ ਹਿੰਦੁਸਤਾਨ ਦੀ ਸਰਕਾਰ ਦਾ ਸਪਸ਼ਟੀਕਰਨ ਗਿਆ ਕਿ ਦਵਾਈ ਤੇ ਰਸਤੇ ਅਸੀਂ ਡੀਕ ਲੈਂਦੇ ਜ਼ਿਆਦਾ ਚੰਗਾ ਹੁੰਦਾ, ਦਵਾਈ ਤਾਂ ਅਸੀਂ ਤੁਹਾਨੂੰ ਭੇਜ ਚੁੱਕੇ ਹਾਂ। ਇਸ ਗੱਲ ਦਾ ਸਾਡੇ ਦੇਸ਼ ਦੇ ਵਿੱਚ ਵੀ ਕਾਫੀ ਵਿਰੋਧ ਹੋਇਆ ਕਿ ਜੇ ਉਹ ਇੰਨਾ ਭੈੜੀ ਬੋਲੀ ਬੋਲਦਾ ਤੁਹਾਡੇ ਖਿਲਾਫ ਤੇ ਤੁਸੀਂ ਉਹਨੂੰ ਦਵਾਈ ਵਾਸਤੇ
ਆਪਣਾ ਦੇਸ਼ ਛੱਡ ਕੇ ਆਪਣੇ ਦੋਸਤ ਦੇਸ਼ ਸਾਰੇ ਛੱਡ ਕੇ ਕਿਉਂ ਦਿੰਦੇ ਪਏ? ਜੀ। ਮੈਂ ਸਮਝਦਾ ਕਿ ਦਵਾਈ ਦੇਣੀ ਉਹ ਜ਼ਰੂਰੀ ਸੀ। ਦੋਸਤੀਆਂ ਵੀ ਹੁੰਦੀਆਂ, ਕਈ ਵਾਰੀ ਦੋਸਤੀ ਨਾ ਵੀ ਹੋਵੇ। ਪਾਕਿਸਤਾਨ ਵਰਗਾ ਦੇਸ਼ ਜਿਹਦੇ ਨਾਲ ਕਦੇ ਸਾਡੇ ਸਬੰਧ ਸੁਧਰਦੇ ਨਹੀਂ, ਲੋੜ ਪਵੇ ਤੇ ਉਹਨੂੰ ਵੀ ਦਿੱਤੀ ਜਾ ਸਕਦੀ ਦਵਾਈ। ਇਹੋ ਜਿਹੇ ਮੌਕਿਆਂ ਤੇ ਦੇਣੀ ਚਾਹੀਦੀ ਆ, ਪਰ ਉਦੋਂ ਉਹਨਾਂ ਨੇ ਉਹਨੂੰ ਵਿਸ਼ ਲਿਸਟ ਵਿੱਚ ਰੱਖਿਆ ਸੀ ਨਰਿੰਦਰ ਮੋਦੀ ਨੇ। ਹੁਣ ਦਵਾਈ ਮਿਲ ਗਈ ਆ, ਇੱਕਦਮ ਫੌਰੀ ਤੌਰ ਤੇ ਲੋੜ ਕੋਈ ਨਹੀਂ ਜੀ। ਮਤਲਬ ਨਿਕਲ ਗਿਆ ਹੈ ਤਾਂ ਪਹਿਚਾਨਤੇ ਨਹੀਂ। ਉਹੀ ਗੱਲ ਹੈ, ਉਹਨਾਂ ਨੇ ਕੱਲ ਦਾ ਉਹਨੂੰ ਨਰਿੰਦਰ ਮੋਦੀ ਨੂੰ ਉਸ ਟਵਿੱਟਰ ਵਾਲੀ ਜਿਹੜੀ ਲਿਸਟ ਹੈ ਜਿਹ ਚੋਂ ਫਾਲੋ ਕਰਦੇ ਸੀ ਉਹ ਚੋਂ ਕੱਢਤਾ, ਹੁਣੇ ਅਨਫਾਲੋ ਆ ਜੀ। ਇਹਦੇ ਉੱਤੇ ਭਾਰਤ ਦੇ ਵਿੱਚ ਬੜੀ ਤੇਜ਼ੀ ਨਾਲ ਪ੍ਰਤੀਕਰਮ ਹੋਇਆ। ਲਗਭਗ ਸਾਰੇ ਮੀਡੀਆ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਪਹਿਲਾਂ ਲਿਆ ਬੜੀ ਕਾਹਲੀ ਨਾਲ ਤੇ ਹੁਣ ਇਹਨੂੰ ਕੱਢ ਕਿਉਂ ਦਿੱਤਾ ਗਿਆ? ਆਖਿਰਕਾਰ ਕਾਰਨ ਕੀ ਹੈ? ਇਹਦਾ ਮਤਲਬ ਕਿ ਉਹ ਇਹ ਸਮਝਦੇ ਆ ਕਿ ਆਪਣਾ ਕੰਮ ਇੰਨਾ ਕੁ ਸੀਗਾ, ਉਹ ਹੋ ਗਿਆ, ਹੁਣ ਅੱਗੋਂ ਦੀ ਲੋੜ ਨਹੀਂ। ਆਪਾਂ ਭਾਰਤ ਦੀ ਗੱਲ ਛੇੜੀਏ ਪੰਜ ਸਾਹਿਬ, ਤੇ ਆਪਾਂ ਕੱਲ ਵੀ ਗੱਲ ਕਰਨੀ ਸੀ ਇਰਫਾਨ ਖਾਨ ਹੋਰਾਂ ਦੀ, ਫਿਲਮ ਸਟਾਰ ਵੱਡੇ ਸੀ ਤੇ ਉਹ ਗੁਜ਼ਰ ਗਏ। ਤੇ ਹੁਣ ਜਦੋਂ ਆਪਾਂ ਅੱਜ ਗੱਲ ਕਰਦੇ ਹਾਂ ਤੇ ਅੱਜ ਰਿਸ਼ੀ ਕਪੂਰ ਹੋਰਾਂ ਬਾਰੇ ਸੁਣ ਲਿਆ ਕਿ ਉਹ ਵੀ ਦੁਨੀਆ ਛੱਡ ਕੇ ਚਲੇ ਗਏ। 2 ਦਿਨਾਂ ਦੇ ਵਿੱਚ ਵੱਡੇ ਕਲਾਕਾਰਾਂ ਦਾ ਤੁਰ ਜਾਣਾ। ਦੇਖੋ, ਇਹਨਾਂ ਦੋਵਾਂ 'ਚ ਇੱਕ ਫਰਕ ਸੀ। ਇਰਫਾਨ ਖਾਨ ਬਹੁਤ ਹੇਠਲੇ ਪੱਧਰ ਤੋਂ ਉੱਠ ਕੇ ਉੱਪਰ ਆਇਆ ਸੀ ਜੀ। ਸਟੇਜ ਸ਼ੋਅ ਛੋਟੇ ਮੋਟੇ, ਉੱਥੋਂ ਫਿਰ ਹੌਲੀ ਹੌਲੀ ਵੱਡੇ ਨਾਟਕਾਂ 'ਚ, ਫਿਰ ਟੀਵੀ 'ਚ ਤੇ ਟੀਵੀ ਤੋਂ ਫਿਲਮਾਂ 'ਚ, ਫਿਲਮਾਂ ਦੇ ਵਿੱਚ ਬੰਬਈ ਜਿਹਨੂੰ ਬਾਲੀਵੁੱਡ ਕਹਿੰਦੇ ਉੱਥੇ, ਤੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਤੱਕ ਗਿਆ। ਉਹਦੀਆਂ ਅੱਖਾਂ, ਉਹਦਾ ਚਿਹਰਾ, ਕੁਝ ਬੋਲੇ ਜਾਂ ਨਾ ਬੋਲੇ, ਉਹਦਾ ਸਰੀਰ ਜਿਹੜਾ ਉਹਦੀ ਬਾਡੀ ਲੈਂਗੁਏਜ ਬੋਲਦੀ ਸੀ ਜੀ, ਆਪਣੇ ਆਪ 'ਚ ਬਹੁਤ ਵੱਖਰੀ ਕਿਸਮ ਦਾ ਸੀ। ਉਹਨੇ ਸਧਾਰਨ ਕਲਾਕਾਰ ਦੇ ਰੋਲ ਵੀ ਕੀਤੇ, ਚੰਗੇ ਵੀ ਕੀਤੇ ਤੇ ਮਾੜੇ ਵੀ ਕੀਤੇ, ਸਾਰਿਆਂ 'ਚ ਉੱਭਰਿਆ। ਉਹ ਖਲਨਾਇਕ ਵੀ ਬਣਿਆ ਤੇ ਹੀਰੋ ਵੀ ਬਣਿਆ, ਸਾਰੇ ਰੋਲ ਉਹਨੇ ਕੀਤੇ। ਬੜਾ ਕਮਾਲ ਦਾ ਆਰਟਿਸਟ ਸੀ। ਕੈਂਸਰ ਦੀ ਨਾਮਰਾਦ ਬਿਮਾਰੀ ਨਾਲ ਬੜੀ ਛੋਟੀ ਉਮਰੇ 54 ਸਾਲ ਦੀ ਉਮਰ 'ਚ ਚਲਾ ਗਿਆ ਉਹ ਜੀ। ਅਜੇ ਹਫਤਾ ਨਹੀਂ ਹੋਇਆ ਉਹਦੀ ਮਾਂ ਦਾ ਦੇਹਾਂਤ ਹੋਇਆ ਸੀ। ਮਾਂ ਪੁੱਤ ਗੜ ਪਿਛੜ ਚਲੇ ਗਏ। ਰਿਸ਼ੀ ਕਪੂਰ ਉਹਦੇ ਵਾਂਗੂ ਗਰੀਬੀ 'ਚ ਨਹੀਂ ਸੀ। ਇਹ ਜਦੋਂ ਪੈਦਾ ਹੋਇਆ, ਇਹਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ। ਪ੍ਰਿਥਵੀ ਰਾਜ ਕਪੂਰ ਹੋਰੀ, ਉਹਨਾਂ ਦੇ ਪੁੱਤਰ ਰਾਜ ਕਪੂਰ ਹੋਰੀ, ਉਸ ਪਰਿਵਾਰ ਨੇ ਆ ਕੇ ਇੱਥੇ ਮੁੰਬਈ ਦੇ ਵਿੱਚ ਜਿਸ ਤਰ੍ਹਾਂ ਦੀ ਹਸਤੀ ਬਣਾ ਲਈ ਸੀ। ਦੇਸ਼ ਦੀ ਵੰਡ ਹੋਣ ਵੇਲੇ ਫਿਰ ਉਧਰ ਗਏ ਨਹੀਂ, ਉਹ ਇੱਥੇ ਟਿਕ ਗਏ ਤੇ ਉਹ ਜਾਣ ਦਾ ਮਤਲਬ ਹੀ ਕੋਈ ਨਹੀਂ ਸੀ। ਉਹ ਤੇ ਮੁਸਲਮਾਨ ਉਸ ਵਕਤ ਉਧਰ ਗਏ ਸਨ, ਹਿੰਦੂ ਤਾਂ ਉੱਥੋਂ ਆ ਰਹੇ ਸਨ। ਅਜੇ ਵੀ ਇਹਨਾਂ ਦਾ ਉਸ ਪਰਿਵਾਰ ਨਾਲ, ਉਸ ਪਿੰਡ ਨਾਲ, ਉਸ ਇਲਾਕੇ ਨਾਲ ਉਸੇ ਤਰ੍ਹਾਂ ਮੋਹ ਹੈਗਾ ਸਾਰੇ ਪਰਿਵਾਰ ਦਾ। ਇਹ ਉੱਥੇ ਉਸ ਵਕਤ ਚੰਗੇ ਖਾਂਦਾ ਪੀਂਦਾ ਪਰਿਵਾਰ ਸੀ, ਖੁਸ਼ਹਾਲ ਪਰਿਵਾਰ ਸੀ ਜਿਹਦੇ ਚ ਰਿਸ਼ੀ ਕਪੂਰ ਪੈਦਾ ਹੋਇਆ ਜੀ। ਪਰਿਵਾਰ ਇਹ ਕਿਸ ਤਰ੍ਹਾਂ ਦੀਆਂ ਸਥਿਤੀਆਂ ਚੋਂ ਲੰਘ ਰਿਹਾ ਸੀ? ਇੱਕ ਫਿਲਮ ਅੱਜ ਤੋਂ ਕੋਈ 35-36 ਸਾਲ ਪਹਿਲਾਂ ਆਈ ਸੀ, ਕੱਲ ਆਜ ਔਰ ਕੱਲ। ਉਹਦੇ ਵਿੱਚ ਪ੍ਰਿਥਵੀ ਰਾਜ ਕਪੂਰ, ਉਹਨਾਂ ਦਾ ਪੁੱਤਰ ਰਾਜ ਕਪੂਰ, ਰਾਜ ਕਪੂਰ ਦਾ ਪੁੱਤਰ ਰਣਧੀਰ ਕਪੂਰ, ਰਣਧੀਰ ਕਪੂਰ ਦੀ ਪਤਨੀ, ਸਾਰੇ ਘਰ ਦੇ ਜੀ ਸਨ। ਬਹੁਤ ਚਰਚਿਤ ਹੋਈ ਸੀ ਫਿਲਮ। ਉਹ ਫਿਲਮ ਦੱਸਦੀ ਸੀ ਕਿ ਕਪੂਰ ਪਰਿਵਾਰ ਕਿੱਥੋਂ ਆਇਆ, ਕੀ ਕੁਝ ਕਰਦਾ, ਕਿੱਦਾਂ ਦੇ ਹਾਲਾਤ ਵਿੱਚ ਹੁਣ ਚੱਲਦੇ ਪਏ ਨੇ। ਉਹ ਸਾਰਾ ਕੁਝ ਬਹੁਤ ਵਧੀਆ ਸੀ। ਇਹ ਉਸ ਪਰਿਵਾਰ ਚੋਂ ਸੀ। ਅਜੇ ਛੋਟਾ ਜਿਹਾ ਬੱਚਾ ਸੀ ਜਦੋਂ ਇਹ ਫਿਲਮਾਂ 'ਚ ਆ ਗਿਆ। ਕਿਸੇ ਸਟੇਜੀ ਸ਼ੋਅ ਤੇ ਨਹੀਂ ਗਿਆ, ਕਿਸੇ ਟੀਵੀ ਤੇ ਨਹੀਂ ਗਿਆ। ਇੱਕਦਮ ਖਾਣਾ ਖਾਂਦਿਆਂ ਖਾਂਦਿਆਂ ਇਹਦੇ ਬਾਪ ਨੇ, ਰਾਜ ਕਪੂਰ ਨੇ ਆਖਿਆ ਇਹਦੀ ਮਾਂ ਨੂੰ ਕਿ ਮੈਂ ਨਵੀਂ ਫਿਲਮ ਬਣਾਉਂਦਾ ਪਿਆ, ਮੇਰਾ ਨਾਮ ਜੋਕਰ, ਤੇ ਮੈਂ ਚਾਹੁੰਦਾ ਕਿ ਉਹਦੇ 'ਚ ਇਹਨੂੰ ਲਿਆਂਦਾ ਜਾਵੇ ਜੀ। ਇਹ ਤਾਂ ਉੱਥੋਂ ਥੋੜੀ ਜਿਹੀ ਗੱਲ ਸੁਣ ਕੇ ਉੱਠ ਕੇ ਚਲਾ ਗਿਆ। ਕਹਿੰਦਾ ਮੇਰੇ ਮਨ 'ਚ ਹੈ ਤਾਂ ਸੀ ਕਿ ਫਿਲਮ ਕਰਨੀ ਚਾਹੀਦੀ ਹੈ, ਪਰ ਮੈਨੂੰ ਇਹ ਵੀ ਇਹ ਤਾਂ ਹੁਣ ਮੰਮੀ ਡੈਡੀ ਫੈਸਲਾ ਕਰਨਗੇ। ਇਹ ਛੋਟਾ ਜਿਹਾ ਬੱਚਾ ਸੀ ਉਦੋਂ। ਇਹਨੂੰ ਇਹਦੇ ਤੋਂ ਵੀ ਪਹਿਲਾਂ, ਮੇਰਾ ਨਾਮ ਜੋਕਰ ਤੋਂ ਵੀ ਪਹਿਲਾਂ 420 ਦੇ ਵਿੱਚ ਨਰਗਿਸ ਦੱਤ ਨੇ ਜਾ ਕੇ ਤੇ ਮਨਾਇਆ ਸੀ ਕਿ ਤੂੰ ਰੋਲ ਕਰ ਮੇਰੇ ਨਾਲ ਜੀ। ਇਹ 2 ਫਿਲਮਾਂ ਤੋਂ ਉੱਥੋਂ ਚੱਲਿਆ। ਮੇਰਾ ਨਾਮ ਜੋਕਰ ਜਿਹੜੀ ਫਿਲਮ ਸੀ ਉਹ ਰਾਜ ਕਪੂਰ ਦੀਆਂ ਸ਼ਾਨਦਾਰ ਫਿਲਮਾਂ ਚੋਂ ਸੀ। ਉਹਦੇ 'ਚ ਇਸ ਬੱਚੇ ਦਾ ਰੋਲ ਅਸੀਂ ਉਦੋਂ ਵੇਖਿਆ ਜਦੋਂ ਮਤਲਬ ਅਸੀਂ ਅਜੇ ਪੜ੍ਹਦੇ ਹੁੰਦੇ ਸਾਂ ਜੀ, ਤੇ ਅਸੀਂ ਹੈਰਾਨ ਸੀ ਕਿ ਛੋਟਾ ਜਿਹਾ ਬੱਚਾ ਇੰਨੇ ਸ਼ਾਨਦਾਰ ਢੰਗ ਨਾਲ ਇਹੋ ਜਿਹਾ ਰੋਲ ਕਰ ਗਿਆ। ਉਹ ਜਿਹੜਾ ਰੋਲ ਇਹਨੇ ਕੀਤਾ ਸੀ ਉਸ ਤੋਂ ਬਾਅਦ ਹੌਲੀ ਹੌਲੀ ਚੜ੍ਹਦਾ ਗਿਆ। ਬਹੁਤ ਵਧੀਆ ਇਹਨੇ ਫਿਲਮਾਂ ਦਿੱਤੀਆਂ। ਬੌਬੀ ਫਿਲਮ ਇਹਦੀ ਜਦੋਂ ਹਿੱਟ ਹੋਈ ਤੇ ਕੋਈ ਸੋਚ ਨਹੀਂ ਸਕਦਾ। ਉਸ ਵਕਤ ਕਹਿੰਦੇ ਸੀ ਕਿ ਜਿਹੜਾ ਟੀਨੇਜਰ ਲਵ ਹੈ ਉਹਨੂੰ ਜੇ ਕਿਸੇ ਨੇ ਪੇਸ਼ ਕੀਤਾ ਤੇ ਰਾਜ ਕਪੂਰ ਵਰਗਾ ਬੰਦਾ ਕਰ ਸਕਦਾ, ਤੇ ਉਹਨੇ ਇਸ ਫਿਲਮ ਦੇ ਵਿੱਚ ਆਪਣੇ ਪੁੱਤਰ ਨੂੰ ਜਿਸ ਤਰ੍ਹਾਂ ਲਾਂਚ ਕੀਤਾ ਤੇ ਪੁੱਤਰ ਨੇ ਜਿਹੜੀ ਪਰਫਾਰਮੈਂਸ ਵਿਖਾਈ ਉਹ ਅੱਜ ਤੱਕ ਲੋਕ ਯਾਦ ਕਰਦੇ। ਨੀਤੂ ਸਿੰਘ ਨਾਲ ਸ਼ਾਦੀ ਹੋਈ, ਉਹਦੀਆਂ ਗੱਲਾਂ ਵੀ ਅੱਜ ਤੱਕ ਨੇ।
ਆਪਸ ਵਿੱਚ ਨੇੜਤਾ ਵੀ ਸੀ, ਪਰ ਇਹ ਡਰਦਾ ਕਹਿੰਦਾ ਹੀ ਨਹੀਂ ਸੀ ਕਿ ਆਪਾਂ ਵਿਆਹ ਕਰਾ ਲਈਏ। ਇਹਦੀ ਭੈਣ ਨੂੰ ਪਤਾ ਸੀ, ਇੱਕ ਰਿਸ਼ਤੇਦਾਰੀ 'ਚ ਵਿਆਹ ਤੇ ਗਏ, ਭੈਣ ਨੇ ਦੋਵਾਂ ਤਰ੍ਹਾਂ ਨੂੰ, ਇਹਦੇ ਮਾਂ-ਬਾਪ ਨੂੰ ਵੀ ਸੱਦ ਲਿਆ ਤੇ ਆਪਣੇ ਨੂੰ ਵੀ ਸੱਦ ਲਿਆ ਕਿ ਆਪਾਂ ਉੱਥੇ ਚੱਲੀਏ ਸਹੀ, ਕਿਸੇ ਤਰੀਕੇ ਜੇ ਗੱਲ ਬਣ ਜਾਵੇ ਤੇ ਇਹਨਾਂ ਦਾ ਵਿਆਹ ਕਰ ਦਈਏ ਜੀ। ਉੱਥੇ ਜਦੋਂ ਦੋਵਾਂ ਨੂੰ ਮਨਾ ਲਿਆ ਤੇ ਫਿਰ ਮੁਸ਼ਕਿਲ ਇਹ ਸੀ, ਬਗਾਨੇ ਵਿਆਹ ਤੇ ਆਏ ਸੀ, ਅੰਗੂਠੀਆਂ ਨਹੀਂ ਸੀ ਕੋਲ, ਤੇ ਫੈਸਲਾ ਹੋਇਆ ਕਿ ਹੁਣੇ ਆਪਾਂ ਮੰਗਣੀ ਕਰਨੀ ਹੈ ਤੇ ਅੰਗੂਠੀ ਕਿੱਥੋਂ ਹੋਵੇ। ਇਹਨੇ ਰਿਸ਼ੀ ਕਪੂਰ ਨੇ ਆਪਣੀ ਭੈਣ ਦੀ ਅੰਗੂਠੀ ਲਵਾ ਕੇ ਤੇ ਉਹ ਨੀਤੂ ਸਿੰਘ ਨੂੰ ਪਾਈ, ਤੇ ਨੀਤੂ ਸਿੰਘ ਨੇ ਆਪਣੀ ਫਿਲਮ ਦਾ ਡਾਇਰੈਕਟਰ ਉੱਥੇ ਸੀ, ਉਹਦੇ ਵਾਲੀ ਅੰਗੂਠੀ ਲਵਾ ਕੇ ਤੇ ਇਹਨੂੰ ਪਾਈ। ਇਸ ਤਰ੍ਹਾਂ ਅੰਗੂਠੀਆਂ ਪਾ ਕੇ ਤੇ ਵਿਆਹ ਹੋਇਆ ਸੀ। ਜ਼ਿੰਦਗੀ 'ਚ ਸਾਦਾ ਆਦਮੀ ਸੀ, ਪਰ ਇਹ ਦੋਵੇਂ ਹੀ ਜਿਹੜੇ ਸੀ, ਇਰਫਾਨ ਵੀ ਤੇ ਇਹ ਵੀ, ਬਚਪਨ ਦੋਵਾਂ ਦਾ ਵੱਖੋ ਵੱਖਰਾ ਹੋ, ਕਲਾਕਾਰ ਦੋਵੇਂ ਕਮਾਲ ਦੇ ਸੀ। ਔਰ ਅਗਲੀ ਗੱਲ ਇਹ ਕਿ ਦੋਵੇਂ ਸੈਕੂਲਰ ਬੜੇ ਸੀ। ਅੱਜ ਜਦੋਂ ਇੱਥੇ ਭਾਰਤ ਵਿੱਚ ਸਰਕਾਰ ਬਦਲਣ ਤੋਂ ਬਾਅਦ ਥਾਂ ਥਾਂ ਭੀੜ ਤੰਤਰ ਸ਼ੁਰੂ ਹੋ ਗਿਆ, ਜਿਹਨੂੰ ਮਰਜ਼ੀ ਫੜੋ ਮਾਰ ਦਿਓ ਜੀ, ਕੁੱਟ ਲਓ, ਉਹਦੇ ਉੱਤੇ ਇਹਨੇ ਬੜਾ ਜ਼ੋਰਦਾਰ ਰਿਐਕਸ਼ਨ ਦਿੱਤਾ ਸੀ। ਇਹਦਾ ਪ੍ਰਤੀਕਰਮ ਰਿਸ਼ੀ ਕਪੂਰ ਦਾ ਇਹ ਸੀ ਕਿ ਇਹ ਕੋਈ ਤਰੀਕਾ ਕਿ ਜਿੱਥੇ ਮਰਜ਼ੀ ਚਾਰ ਬੰਦੇ ਇਕੱਠੇ ਹੋ ਕੇ ਕਿਸੇ ਨੂੰ ਫੜ ਲੈਣ, ਕੁੱਟ ਦੇਣ, ਕੁੱਟ-ਕੁੱਟ ਕੇ ਮਾਰ ਦੇਣ, ਔਰ ਕੋਈ ਗੱਲ ਵੀ ਨਾ ਹੋਵੇ, ਸਿਰਫ ਸ਼ੱਕ ਦੇ ਤੌਰ ਤੇ ਕਿ ਸਾਨੂੰ ਪਤਾ ਲੱਗਾ ਹੈ ਗਾਂ ਦਾ ਮਾਸ ਖਾਂਦਾ। ਉਦੋਂ ਇਹਨੇ ਜਿਹੜਾ ਰਿਐਕਸ਼ਨ ਦਿੱਤਾ, ਉਹਦੇ ਤੋਂ ਕਈ ਫਿਲਮੀ ਸਿਤਾਰੇ ਜਿਹੜੇ ਭਾਜਪਾ ਦੇ ਬਹੁਤਾ ਨੇੜ ਵਾਲੇ ਸੀ ਉਹ ਤੜਫੇ ਵੀ ਸਨ। ਉਹਨਾਂ ਨੇ ਇਹਦੇ ਪ੍ਰਤੀਕਰਮ ਦੇ ਉੱਤੇ ਵੀ ਪ੍ਰਤੀਕਰਮ ਦਿੱਤਾ ਸੀ, ਪਰ ਆਪਣੀ ਗੱਲ ਤੇ ਡਟਿਆ ਵੀ ਰਿਹਾ ਸੀ। ਇਸ ਤਰ੍ਹਾਂ ਦੇ ਦੋ ਬੰਦਿਆਂ ਦਾ ਜਿਹੜੇ ਲਾਮਿਸਾਲ ਕਲਾਕਾਰ ਸਨ, ਔਰ ਕਲਾਕਾਰ ਨਾਲੋਂ ਵੱਧ ਦੋਵੇਂ ਲਾਮਿਸਾਲ ਇਨਸਾਨ ਸਨ ਜ਼ਿੰਦਗੀ 'ਚ। ਉਹਨਾਂ ਦਾ ਦੋਵਾਂ ਦਾ ਤੁਰ ਜਾਣਾ ਕੱਲਾ ਫਿਲਮਾਂ ਵਾਸਤੇ ਨਹੀਂ, ਸਮੁੱਚੇ ਭਾਰਤ ਵਾਸਤੇ, ਸ਼ਾਇਦ ਦੁਨੀਆ ਵਾਸਤੇ ਵੀ ਬਹੁਤ ਵੱਡਾ ਘਾਟਾ ਜੀ। ਚਲੋ ਇਹ ਲਾਕਡਾਊਨ ਦੇ ਵਿੱਚ ਬਹੁਤ ਇਹੋ ਜਿਹੀਆਂ ਮਾੜੀਆਂ ਖਬਰਾਂ ਸੁਣਨ ਨੂੰ ਮਿਲੀਆਂ, ਪਰ ਹੁਣ ਜਿੱਦਾਂ ਲਾਕਡਾਊਨ ਹੌਲੀ ਹੌਲੀ ਖਤਮ ਹੋਣ ਵਾਲੇ ਪਾਸੇ ਜਾ ਰਿਹਾ, 3 ਤਰੀਕ ਤੋਂ ਲਾਕਡਾਊਨ ਖਤਮ ਹੋਣਾ, 4 ਤੋਂ ਕਹਿੰਦੇ ਖੁੱਲ੍ਹਾਂ ਮਿਲਣੀਆਂ, ਪਰ ਕੱਲ੍ਹ ਦੇ ਦਿਨ 'ਚ ਪੰਜਾਬ ਸਰਕਾਰ ਨੇ 3-4 ਦਿਨ ਪਹਿਲਾਂ ਹੀ ਜਿਹੜਾ ਕੁਝ ਖੁੱਲ੍ਹਾਂ ਦੇਣ ਦੀ ਗੱਲ ਕਰਤੀ ਕਿ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਪਾਂ ਦੁਕਾਨਾਂ ਖੋਲ੍ਹ ਸਕਦੇ ਹਾਂ, ਲੋਕ ਬਾਹਰ ਨਿਕਲ ਸਕਦੇ ਆ, ਪਰ ਵੈਸੇ ਕਰਫਿਊ 2 ਹਫ਼ਤੇ ਲਈ ਵਧਾ ਦਿੱਤਾ। ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਜੋ ਕੁਝ ਵੀ ਕੀਤਾ ਇਹਨਾਂ ਨੇ ਕੇਂਦਰ ਸਰਕਾਰ ਨਾਲ ਸਹਿਮਤੀ ਨਾਲ ਕੀਤਾ। ਤੁਸੀਂ ਹੁਣੇ ਦੱਸ ਕੇ ਹਟਿਓ ਕਿ ਕੇਂਦਰ ਨੇ ਕਹਿ ਦਿੱਤਾ ਜਿੱਥੇ ਜਿੱਥੇ ਫਸੇ ਹੋਏ ਲੋਕ ਆ ਉਹ ਆਪਣੇ ਸੂਬਿਆਂ ਨੂੰ ਜਾਣਾ ਚਾਹੁਣ ਚਲੇ ਜਾਣ ਜੀ, ਪਰ ਇਹ ਤਾਂ ਨਹੀਂ ਹੋ ਸਕਦਾ ਕਿ ਉੱਥੇ ਬੱਸ ਚੱਲ ਪਈ ਹੈ ਰੋਡਵੇਜ਼ ਦੀ, ਉੱਤੇ ਚੜ੍ਹ ਕੇ ਚੱਲ ਜਾਣਗੇ। ਹਰ ਇੱਕ ਨੂੰ ਜਾਣ ਵਾਸਤੇ ਕਿਤੇੋਂ ਪਰਮਿਟ ਵੀ ਲੈਣਾ ਪਵੇਗਾ, ਕਿਤੇੋਂ ਆਗਿਆ ਲੈਣੀ ਪਵੇਗੀ, ਕਿਸੇ ਬੈਰੀਅਰ ਤੋਂ ਲੰਘਣਾ ਪਵੇਗਾ, ਅੱਗੇ ਜਾ ਕੇ ਚੈੱਕ ਕਰਾਉਣਾ ਪਵੇਗਾ, ਕੁਝ ਬੰਦਸ਼ਾਂ ਹੈਗੀਆਂ ਨੇ। ਇਸੇ ਤਰ੍ਹਾਂ ਭਾਰਤ ਸਰਕਾਰ ਨੇ ਕੁਝ ਸੂਬਿਆਂ 'ਚ ਥੋੜ੍ਹੀ ਥੋੜ੍ਹੀ ਖੁੱਲ੍ਹ ਦੇਣ ਦਾ ਵੀ ਵਿਚਾਰ ਬਣਾਇਆ ਕਿ ਕਈ ਜ਼ਿਲ੍ਹੇ ਇਹੋ ਜਿਹੇ ਆ ਜਿਨ੍ਹਾਂ 'ਚ ਹੁਣ ਤੱਕ ਕਦੇ ਕੋਈ ਕੇਸ ਵਾਪਰਿਆ ਹੀ ਨਹੀਂ। ਉਹਨਾਂ ਜ਼ਿਲ੍ਹਿਆਂ 'ਚ ਆਖਿਆ ਕਿ ਚਾਰ ਚੁਫੇਰੋਂ ਆਉਣ ਜਾਣ ਲੋਕਾਂ ਦਾ ਰੋਕਿਓ। ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਕਿ ਇੰਨਾ ਫਾਸਲਾ ਰੱਖਣਾ, ਅਸੀਂ ਇੱਕ ਦੂਸਰੇ ਦੇ ਨੇੜੇ ਨਹੀਂ ਜਾਣਾ, ਉਹ ਯਕੀਨੀ ਕਰਿਓ। ਉਹ ਜਦੋਂ ਖੁੱਲ੍ਹਾ ਦੇਣ ਦੀ ਗੱਲ ਚੱਲੀ ਆ, ਕਿਸੇ ਨੇ 3 ਨੂੰ ਖੁੱਲ੍ਹਾ ਦੇਣੀਆਂ, ਕਿਸੇ ਨੇ 4 ਨੂੰ ਦੇਣੀਆਂ, ਕਿਸੇ ਨੇ 2 ਨੂੰ। ਪੰਜਾਬ ਸਰਕਾਰ ਨੇ ਆਖਿਆ ਅਸੀਂ ਪਹਿਲਾਂ ਸ਼ੁਰੂ ਕਰ ਦਿੰਦੇ ਹਾਂ, ਪਰ ਇਹਨਾਂ ਨੇ ਨਾਲ ਇਹ ਗੱਲ ਕਰ ਦਿੱਤੀ ਕਿ ਸਵੇਰੋ ਸਵੇਰ ਬਹੁਤਾ ਰੌਲਾ ਪੈਣ ਤੋਂ ਪਹਿਲਾਂ 7 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਜਿਹੜੀਆਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਉਹ ਖੋਲ੍ਹਣ ਦੀ ਆਗਿਆ ਦਿੰਦੇ ਹਾਂ। ਜ਼ਰੂਰੀ ਸਮਾਨ ਦੇ ਵਿੱਚ ਲੋਕਾਂ ਦੇ ਸਬਜ਼ੀ ਭਾਜੀ ਵੀ ਹੋ ਸਕਦੀ ਹੈ, ਗਰੋਸਰੀ ਵੀ ਹੋ ਸਕਦੀ ਹੈ, ਖੰਡ ਚਾਹ ਲੋਕਾਂ ਲੈਣੀ। ਇਹਦੇ ਵਿੱਚ ਕੋਈ ਛੋਟਾ ਮੋਟਾ ਇਲੈਕਟ੍ਰੋਨਿਕਸ ਦਾ ਕੰਮ ਵੀ ਹੋ ਸਕਦਾ, ਪਲੰਬਰ ਵੀ ਹੋ ਸਕਦਾ, ਘਰ ਦੀ ਕਿਸੇ ਨੇ ਟੂਟੀ ਠੀਕ ਕਰਾਉਣੀ ਆ, ਡਿਸ਼ ਵਾਲੇ ਵੀ ਹੋ ਸਕਦੇ ਨੇ, ਜਿਹੜੇ ਘਰ ਦੇ ਵਿੱਚ ਡਿਸ਼ ਟੀਵੀ ਉਤਾਰਾ ਤੁਰਾ ਠੀਕ ਕਰਨ ਵਾਸਤੇ ਆ ਸਕਦੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਖੁੱਲ੍ਹਾਂ ਦਿੱਤੀਆਂ ਸੀ, ਉਹ ਕੁਝ ਸਿਆਸੀ ਪਾਰਟੀਆਂ ਨੇ ਆਖਿਆ ਲੈ ਜੀ ਲੋਕੀ 7 ਵਜੇ ਤੜਕੇ ਉੱਠ ਕੇ ਉਸ ਪਾਸੇ ਭੱਜਿਆ ਕਰਨਗੇ। ਅੱਗੇ ਲੋਕੀ 7 ਵਜੇ ਉੱਠ ਕੇ ਤਿਆਰ ਹੋ ਕੇ 8-9 ਵਜੇ ਤੱਕ ਦਫ਼ਤਰਾਂ ਨੂੰ ਵੀ ਤੇ ਜਾਂਦੇ ਸੀ। ਹੁਣ ਕੋਈ ਤਿਆਰ ਹੋਣ ਦੀ ਤਾਂ ਲੋੜ ਨਹੀਂ, ਨੇੜੇ ਪੈਂਦੇ ਕਿਸੇ ਸਟੋਰ ਤੇ ਕਿਸੇ ਦੁਕਾਨ ਤੇ ਜਾਣਾ, ਥੋੜਾ ਬਹੁਤ ਤਿਆਰੀ ਨਾਲ ਵੀ ਜਾਇਆ ਜਾ ਸਕਦਾ। ਉੱਥੇ ਕਿਹੜੇ ਟਿਫਨ ਚੁੱਕਣੇ ਆ, ਇਹੋ ਜਿਹੀ ਕੋਈ ਗੱਲ ਨਹੀਂ, ਲੋਕੀ ਲੈ ਸਕਦੇ ਆ। ਅਜੇ ਤਜਰਬੇ ਦੇ ਤੌਰ ਦੇ ਉੱਤੇ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ। ਜੇ ਸਭ ਕੁਝ ਠੀਕ ਰਵੇ ਤੇ ਆਪੇ ਇਹਦੇ ਤੋਂ ਬਾਅਦ ਹੋਰ ਖੁੱਲ੍ਹਾ ਮਿਲ ਜਾਣਗੀਆਂ। ਪਰ ਜੇ ਪਹਿਲੇ 2-3 ਦਿਨਾਂ 'ਚ ਇੱਕਦਮ ਤੁਸੀਂ ਆਖੋ ਕਿ ਫਟਾਫਟ ਸਾਰਾ ਦਿਨ ਖੋਲ੍ਹ ਦਿਓ, ਤੇ ਸਾਨੂੰ ਪਤਾ ਲੋਕ ਕੀ ਕਰਦੇ ਆ। ਅੱਜ ਜਿੱਥੇ ਰਿਲੀਫ ਵੰਡਣ ਜਾਂਦੇ, ਸਾਡੇ ਤਾਂ ਲੀਡਰ ਹੀ ਅਜੇ ਤੱਕ ਅਕਲ ਨਹੀਂ ਕਰਦੇ। ਉਹ ਜਾਂਦਾ ਇੱਕ ਲੀਡਰ ਆ, ਉਹਦੇ ਨਾਲ 15-20 ਚਮਚੇ ਹੁੰਦੇ ਆ, ਫਿਰ ਜਿੱਥੇ ਜਾਣਾ ਉੱਥੇ ਭੀੜ ਇਕੱਠੀ ਹੋ ਜਾਂਦੀ ਆ। ਕੁਝ ਲੋਕ ਲੀਡਰ ਨਾਲ ਸੈਲਫੀ ਖਿਚਾਉਣ ਵਾਲੇ ਵੀ ਹੁੰਦੇ ਆ, ਸੈਲਫੀ ਲੀਡਰ ਨਾਲ ਖਿਚਾਉਣੀ ਹੁੰਦੀ ਆ, ਖੱਬੇ ਸੱਜੇ ਵਾਲੇ ਵੀ ਨਾਲ ਜੁੜ ਜਾਂਦੇ ਆ, ਤੇ ਉਹ ਮੁੜ ਕੇ ਇਸ ਤਰ੍ਹਾਂ ਹੁੰਦਾ ਜਿਵੇਂ ਨਰਸਰੀ ਕੇਜੀ ਦੇ ਬੱਚਿਆਂ ਦੀ ਕਿਸੇ ਕਲਾਸ ਦੀ ਗਰੁੱਪ ਫੋਟੋ ਲਈ ਜਾ ਰਹੀ ਹੈ। ਉਹ ਤਮਾਸ਼ਾ ਜਿਹੜਾ ਬਣਨ ਲੱਗ ਪੈਂਦਾ। ਉਹਨੂੰ ਰੋਕਣ ਵਾਸਤੇ ਵੀ ਸਰਕਾਰ ਨੂੰ ਕੋਈ ਸਖਤੀ ਕਰਨੀ ਪੈਣੀ ਆ। ਇਸ ਕਰਕੇ ਜੇ ਛੋਟ ਦਿੱਤੀ ਹੈ ਤੇ ਟਾਈਮਿੰਗ ਦਿੱਤੀ ਹੈ ਕਿ 7 ਤੋਂ ਲੈ ਕੇ 11 ਤੱਕ ਖੋਲ੍ਹ ਦਿਓ, 4 ਘੰਟੇ ਸਵੇਰੇ, ਜੇ ਠੀਕ ਰਹੇਗਾ ਤੇ ਵਧਾਈ ਜਾ ਸਕਦੀ ਹੈ। ਮੇਰਾ ਖਿਆਲ ਇਹਦੇ 'ਚ ਕੋਈ ਗਲਤ ਨਹੀਂ ਕੀਤਾ ਗਿਆ।
ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਰੋਕ ਵੀ ਹੈ ਨਾ ਜੀ। ਉੱਥੋਂ ਦਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਉਹਨੇ ਕਿਹਾ ਜੀ ਆਪਾਂ ਨਹੀਂ ਖੁੱਲ੍ਹ ਦੇਣੀ। ਹੁਣ ਇਦਾਂ ਪੋਸੀਬਲ ਹੈਗਾ ਕਿ ਵੀ ਲੋਕਲ ਪ੍ਰਸ਼ਾਸਨ ਆਖਿਆ ਆਪਾਂ ਰੋਕ ਕੇ ਰੱਖਣਾ? ਦੇਖੋ, ਇਹ ਮੇਰੇ ਕੋਲ ਜਿੰਨੀ ਕੁ ਜਾਣਕਾਰੀ ਅਜੇ ਤੱਕ ਆਈ, ਉਹ ਫਰੀਦਕੋਟ ਵਾਲਿਆਂ, ਜਲੰਧਰ ਵਾਲਿਆਂ ਨੇ ਕੁਝ ਥਾਵਾਂ ਦੇ ਉੱਤੇ ਇਹਨਾਂ ਨੇ ਆਖਿਆ ਕਿ ਜੇ ਅਸੀਂ ਰੋਕਾਂ ਰੱਖਾਂਗੇ ਜੀ। ਇਹ ਸਵਾਲ ਮੈਨੂੰ ਵੀ ਕਈਆਂ ਲੋਕਾਂ ਨੇ WhatsApp ਤੇ ਭੇਜਿਆ। ਸਰਕਾਰ ਵੱਡੀ ਹੁੰਦੀ ਹੈ ਕਿ ਡਿਪਟੀ ਕਮਿਸ਼ਨਰ ਵੱਡਾ ਹੁੰਦਾ? ਜਦੋਂ ਸਰਕਾਰ ਨੇ ਕਹਿਤਾ ਖੁੱਲ੍ਹਾ ਦੇਵਾਂਗੇ ਤੇ ਜ਼ਿਲ੍ਹਿਆਂ 'ਚ ਬੈਠੇ ਡਿਪਟੀ ਕਮਿਸ਼ਨਰ ਇਹਨੂੰ ਕਿੱਦਾਂ ਰੋਕ ਸਕਦੇ? ਇਹ ਸਵਾਲ ਪੁੱਛਣ ਵਾਲਿਆਂ ਨੂੰ ਅਸਲੀ ਕਾਨੂੰਨੀ ਸਥਿਤੀ ਨਹੀਂ ਪਤਾ। ਸਰਕਾਰ ਸਾਰਾ ਕੁਝ ਵੀ ਕਰ ਦੇਵੇ, ਉਹਦੇ ਬਾਅਦ ਡਿਪਟੀ ਕਮਿਸ਼ਨਰ ਕੋਲ, ਡਿਪਟੀ ਕਮਿਸ਼ਨਰ ਜਿਹੜਾ ਉਹ ਪ੍ਰਸ਼ਾਸਨ ਦੇ ਤੌਰ ਤੇ, ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਡਿਪਟੀ ਕਮਿਸ਼ਨਰ ਹੁੰਦਾ ਜੀ। ਲਾ ਐਂਡ ਆਰਡਰ ਵਾਸਤੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਹੁੰਦਾ, ਉਹਦੇ ਕੋਲ ਜੱਜ ਦੀਆਂ ਪਾਵਰਾਂ ਹੁੰਦੀਆਂ। ਉਹ ਜੇ ਇਹ ਸਮਝੇ ਕਿ ਇਸ ਇਲਾਕੇ 'ਚ ਕੋਈ ਐਕਟੀਵਿਟੀ ਇਸ ਤਰ੍ਹਾਂ ਦੀ ਹੈ, ਉਹਨੇ ਇਲਾਕੇ ਦੇ ਬਾਰੇ 'ਚ ਕਿਸੇ ਵੀ ਕਿਸਮ ਦਾ ਫੈਸਲਾ ਲੈਣ ਵਾਸਤੇ ਆਜ਼ਾਦ ਹੁੰਦਾ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਰ ਡਿਪਟੀ ਕਮਿਸ਼ਨਰ ਦੇ ਕੋਲ, ਹਰ ਐਗਜ਼ੈਕਟਿਵ ਮੈਜਿਸਟ੍ਰੇਟ ਕੋਲ ਇਹ ਤਾਕਤ ਹੈਗੀ ਆ ਕਿ ਜੇ ਕੋਈ ਮੁਸ਼ਕਲ ਬਣੇ, ਭਾਵੇਂ ਕਿਤੇ ਦੰਗਾ ਹੋ ਜਾਏ, ਫਸਾਦ ਹੋ ਜਾਏ, ਭਾਵੇਂ ਕਿਤੇ ਹੜ੍ਹ ਆ ਜਾਣ, ਕੋਈ ਵੀ ਸਮੱਸਿਆ ਆ ਜਾਏ, ਭੁਚਾਲ ਆ ਜਾਏ, ਡਿਪਟੀ ਕਮਿਸ਼ਨਰ ਖੜੇ ਪੈਰ ਸਰਕਾਰ ਨੂੰ ਦੱਸੇ ਬਗੈਰ ਨੇੜਲੀ ਛਾਉਣੀ ਜਿਹੜੀ ਆ ਉੱਥੋਂ ਫੌਜ ਨੂੰ ਵੀ ਸੱਦ ਸਕਦਾ। ਫੌਜ ਵੀ ਡਿਪਟੀ ਕਮਿਸ਼ਨਰ ਨੂੰ ਨਾ ਨਹੀਂ ਕਰ ਸਕਦੀ। ਇੱਥੋਂ ਤੱਕ ਉਹਦੇ ਕੋਲ ਪਾਵਰਾਂ ਹੁੰਦੀਆਂ ਨੇ। ਇਸ ਕਰਕੇ ਜਿਹੜੇ ਡਿਪਟੀ ਕਮਿਸ਼ਨਰ ਇਹ ਸਮਝਦੇ ਆ ਕਿ ਸਾਡੇ ਹਾਲਾਤ ਅਜੇ ਸੁਖਾਵੇਂ ਨਹੀਂ, ਉਹ ਸਰਕਾਰ ਦੇ ਉਸ ਆਰਡਰ ਨੂੰ ਵੈਲਕਮ ਕਰਕੇ ਵੀ ਆਪਣੇ ਉਹਨੇ ਇਲਾਕੇ 'ਚ ਪਾਬੰਦੀ ਲਾ ਸਕਦੇ ਆ ਕਿ ਅਜੇ ਅਸੀਂ ਇਹ ਖੁੱਲ੍ਹਾ ਨਹੀਂ ਦੇਣੀਆਂ। ਉਹਦੇ 'ਚ ਕੋਈ ਗੱਲ ਨਹੀਂ। ਜਿੱਥੇ ਹੁਣ ਸਾਡੇ ਜਲੰਧਰ ਵਿੱਚ ਤਾਂ ਸਮੱਸਿਆ ਕਾਫੀ ਬਣੀ ਪਈ ਹੈ ਜੀ। ਕੁਝ ਕੇਸ ਰੋਜ਼ ਹੀ ਥੋੜ੍ਹੇ ਥੋੜ੍ਹੇ ਕਰਕੇ ਨਿਕਲੀ ਆ ਰਹੇ ਨੇ। 4 ਮੌਤਾਂ ਹੋ ਚੁੱਕੀਆਂ ਨੇ, 90 ਦੇ ਕਰੀਬ ਕੇਸ ਹੈ। ਲੱਗਦਾ ਤੇ ਇਹ ਕਿ ਅੱਜ ਸ਼ਾਇਦ 90 ਤੋਂ ਵੀ ਵੱਧ ਗਏ ਨੇ। ਚਰਚਾ ਹੁਣ ਪਤਾ ਨਹੀਂ ਸ਼ਾਮ ਤੱਕ ਵੱਧਦੇ ਆ ਜਾਂ ਇੱਕ ਅੱਧਾ ਕੋਈ ਠੀਕ ਵੀ ਹੁੰਦਾ ਜੀ। ਪਰ ਲਗਾਤਾਰ ਇੱਥੇ ਜਿਹੜੇ ਕੇਸ ਵਧੀ ਜਾ ਰਹੇ ਨੇ, ਉਹਦਾ ਕਰਕੇ ਜਲੰਧਰ ਵਿੱਚ ਇਹ ਪਾਬੰਦੀਆਂ ਲਾਉਣੀਆਂ ਜਾਇਜ਼ ਜਾਪਦੀਆਂ ਨੇ। ਜਲੰਧਰ ਵਿੱਚ ਵੀ ਕੁਝ ਖਾਸ ਇਲਾਕੇ ਇਹੋ ਜਿਹੇ ਆ ਜਿਹੜੇ ਆਮ ਹਾਲਾਤ ਵਿੱਚ ਵੀ ਬਹੁਤ ਭੀੜ ਵਾਲੇ ਹੁੰਦੇ ਆ, ਤੁਰੇ ਜਾਂਦੇ ਆ ਮੋਢੇ ਨਾਲ ਮੋਢਾ ਵੱਜਦਾ। ਉਹਨਾਂ ਇਲਾਕਿਆਂ ਦੇ ਵਿੱਚ ਹੀ ਇਹ ਸਮੱਸਿਆ ਬਹੁਤੀ ਆਈ ਪਈ ਹੈ। ਤੇ ਜੇ ਉਹਨਾਂ ਇਲਾਕਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇਹ ਲੱਗੇ ਕਿ ਇੱਥੇ ਰੋਕਾਂ ਲਾਏ ਬਗੈਰ ਸਰਨਾ ਨਹੀਂ, ਉਹਨੇ ਪਾਬੰਦੀਆਂ ਲਾਤੀਆਂ ਤੇ ਕੋਈ ਗਲਤ ਨਹੀਂ ਕੀਤਾ। ਸਾਨੂੰ ਪਾਬੰਦੀਆਂ ਭੁਗਤ ਲੈਣੀਆਂ ਚਾਹੀਦੀਆਂ। ਸੌਖੇ ਮੰਗਣੀ ਚਾਹੀਦੀ ਹੈ ਕਿ ਪਾਬੰਦੀਆਂ ਤੋਂ ਬਾਅਦ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਜੀ। ਅੱਜ ਜਿੰਨਾ ਕੁ ਹੋਇਆ, ਇਸ ਕਰਕੇ ਹੋਇਆ ਕਿ ਇਹਨਾਂ ਸਾਰੇ ਲੋਕਾਂ ਨੇ ਸਰਕਾਰ ਤੋਂ ਵੀ ਉਹਲਾ ਰੱਖਿਆ, ਸਮਾਜ ਤੋਂ ਵੀ ਉਹਲਾ ਰੱਖਿਆ। ਤੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਆਂਢ ਗੁਆਂਢ ਪਤਾ ਸੀ, ਉਹਨਾਂ ਚੋਂ ਵੀ ਕਿਸੇ ਨੇ ਕਿਸੇ ਨੂੰ ਫੋਨ ਕਰਨ ਦੀ, ਅਫਸਰ ਨੂੰ ਜਾਂ ਕਿਸੇ ਡਾਕਟਰ ਨੂੰ ਲੋੜ ਨਹੀਂ ਸਮਝੀ। ਨਹੀਂ ਤਾਂ ਜੇ ਵੇਲੇ ਸਿਰ ਫੋਨ ਕੀਤੇ ਹੁੰਦੇ, ਉਹਨਾਂ ਲੋਕਾਂ ਦਾ ਇਲਾਜ ਵੀ ਹੋ ਸਕਦਾ ਸੀ, ਉਹਨਾਂ ਦਾ ਬਚਾਅ ਵੀ ਹੋ ਸਕਦਾ ਸੀ। ਨਾਲ ਜਲੰਧਰ ਇਸ ਬਿਮਾਰੀ ਦੀ ਮਾਰ ਤੋਂ ਬਚ ਸਕਦਾ ਸੀ। ਉਹ ਜਿਹੜੇ ਵੇਲੇ ਸਿਰ ਪ੍ਰਬੰਧ ਨਹੀਂ ਹੋਏ, ਉਹਦਾ ਨੁਕਸਾਨ ਅਸੀਂ ਭੁਗਤਦੇ ਪਏ ਹਾਂ। ਇਸ ਕਰਕੇ ਜੇ 2 ਜ਼ਿਲ੍ਹਿਆਂ ਵਾਲਿਆਂ ਨੇ, 3 ਜ਼ਿਲ੍ਹਿਆਂ ਜਿੰਨੇ ਵੀ ਨੇ, ਉਹਨਾਂ ਨੇ ਇਸ ਤਰ੍ਹਾਂ ਦੀਆਂ ਕੁਝ ਰੋਕਾਂ ਲਾਈਆਂ ਨੇ ਤੇ ਰੋਕਾਂ ਕਾਨੂੰਨੀ ਤੌਰ ਤੇ ਵੀ ਜਾਇਜ਼ ਹੈ, ਪਰ ਇਸ ਵੇਲੇ ਤੇ ਮੈਂ ਸਮਝਦਾ ਨਹੀਂ ਸਮਾਜੀ ਤੌਰ ਤੇ ਵੀ ਜਾਇਜ਼ ਲੱਗਦੀਆਂ ਨੇ ਜੀ। ਪਰ ਇਹਦੇ 'ਚ ਇੱਕ ਪੰਨ ਸਾਹਿਬ ਜਿਹੜਾ ਉਹ ਹਜ਼ੂਰ ਸਾਹਿਬ ਤੋਂ ਆਈ ਸੰਗਤ ਹੈ, ਉਹਦਾ ਮਸਲਾ ਵਾਹਵਾ ਵੱਧਦਾ ਜਾਂਦਾ। ਕਿਉਂਕਿ ਜਦੋਂ ਤੱਕ ਤਾਂ ਸੰਗਤ ਨੇ ਆਉਣਾ ਸੀ, ਉਦੋਂ ਤੱਕ ਤਾਂ ਹਰ ਬੰਦਾ ਚਾਹੁੰਦਾ ਸੀ ਵੀ ਚਲੋ ਜੇ ਕੋਈ ਚਾਰਾਜੋਈ ਹੁੰਦੀ ਤੇ ਹੋ ਜਵੇ। ਸਰਕਾਰਾਂ ਨੇ ਆਪਣੇ ਤੌਰ ਤੇ ਕੀਤੀ, ਪਰ ਉਹਨਾਂ ਦੇ ਆਉਣ ਤੋਂ ਬਾਅਦ ਜਿਵੇਂ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਜਾਂ ਕਹਿ ਲਓ ਅਣਗਹਿਲੀ ਵਰਤੀ ਗਈ ਕਿਸੇ ਕਾਰਨ ਕਰਕੇ ਵੀ, ਉਹ ਹੁਣ ਕੇਸ ਆ ਉਹ ਵਧਣ ਲੱਗ ਪਿਆ ਜੀ। ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਉਹ ਜਿਹੜੇ ਬੈਠੇ ਹੋਏ ਸਨ ਉੱਥੇ ਸਾਨੂੰ ਵੀ ਮੈਸੇਜ ਕਰਦੇ ਸਨ। ਪਿਛਲੇ ਮਹੀਨੇ 'ਚ 10 ਵਾਰ ਤੋਂ ਵੱਧ ਅਸੀਂ ਇਹ ਆਖਿਆ ਕਿ ਉਹਨਾਂ ਨੂੰ ਇੱਥੇ ਪੰਜਾਬ ਵਿੱਚ ਲਿਆਉਣ ਵਾਸਤੇ ਪ੍ਰਬੰਧ ਕਰਨੇ ਚਾਹੀਦੇ ਆ ਜਾਂ ਉਹਨਾਂ ਨੂੰ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਅਸੀਂ ਮੁੜ-ਮੁੜ ਕਹਿੰਦੇ ਰਹੇ। ਅਖੀਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਆਪੋ 'ਚ ਗੱਲ ਹੋ ਗਈ। ਇਹਨਾਂ ਨੇ ਆਖਿਆ ਕੇਂਦਰ ਤੋਂ ਮਨਜ਼ੂਰ ਕਰਾ ਲਓ। ਕੇਂਦਰ 'ਚ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਨੂੰ ਆਖਿਆ ਤੇ ਗ੍ਰਹਿ ਮੰਤਰੀ ਸਾਹਿਬ ਫੱਟ ਮੰਨ ਗਏ। ਉਹਦੇ ਤੋਂ ਬਾਅਦ ਇਹ ਪ੍ਰਬੰਧ ਕੀਤਾ ਗਿਆ, ਲੋਕ ਆਉਣੇ ਸ਼ੁਰੂ ਹੋਏ। ਇੱਕ ਪ੍ਰਭਾਵ ਇਹ ਹੈ ਜਿਹੜਾ ਮੇਰੇ ਤੇ ਵੀ ਕੱਲ ਤੱਕ ਸੀ ਕਿ ਸਾਰੇ ਲੋਕ ਜਿਹੜੇ ਆਏ ਆ ਸਰਕਾਰੀ ਬੱਸਾਂ ਤੇ ਆ ਰਹੇ ਜੀ। ਪਹਿਲੇ 6 ਬੱਸਾਂ ਪ੍ਰਾਈਵੇਟ ਕਰਕੇ ਦਿੱਤੀਆਂ ਸਨ ਪੰਜਾਬ ਸਰਕਾਰ ਨੇ, 4 ਹੋਰ ਕੀਤੀਆਂ, ਫਿਰ 30 ਬੱਸਾਂ ਦਾ ਕਾਫਲਾ ਭੇਜਿਆ, ਫਿਰ ਹੋਰ ਭੇਜੇ। ਲੋਕ ਤਾਂ ਉੱਥੇ 4-5 ਹਜ਼ਾਰ ਤੋਂ ਵੱਧ ਸੀ, ਪਰ ਇਹ ਸਾਰੇ ਲੋਕ ਉਹਨਾਂ ਸਰਕਾਰੀ ਬੱਸਾਂ ਤੇ ਨਹੀਂ ਆਏ। 2 ਜਾਂ 3 ਇਨੋਵਾ ਗੱਡੀਆਂ ਵੀ ਆਈਆਂ ਜਿਨ੍ਹਾਂ 'ਚ 8-8, 9-9 ਜਣੇ ਫਸ ਕੇ ਬਹਿ ਕੇ ਆਏ ਨੇ ਜੀ। ਇੱਕ ਟੈਂਪੂ ਟਰੈਵਲਰ ਵੀ ਆ, ਉਹ ਤਰਨਤਾਰਨ ਇਲਾਕੇ 'ਚ ਆਇਆ। ਔਰ ਟੈਂਪੂ ਟਰੈਵਲਰ ਜਦੋਂ ਆ ਗਿਆ ਤੇ ਉੱਥੋਂ ਉਤਰ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਅਸੀਂ ਤਾਂ ਕਹਿੰਦੇ ਤੁਸੀਂ ਚੈੱਕ ਨਹੀਂ ਕੀਤਾ। ਉਹ ਕਹਿੰਦੇ ਜੀ ਕਿਸੇ ਨੂੰ ਦੱਸਿਆ ਹੀ ਨਹੀਂ ਕਿ ਉਹ ਟੈਂਪੂ ਟਰੈਵਲਰ ਇੱਥੇ ਆ ਰਿਹਾ। ਆ ਕੇ ਸਿੱਧੇ ਹੀ ਪਿੰਡ ਚਲੇ ਗਏ, ਉੱਥੇ ਜਾ ਕੇ ਉਤਾਰਤੇ ਤੇ ਲੋਕੀ ਘਰੋਂ ਘਰੀ ਪਹੁੰਚ ਗਏ। ਜਦੋਂ ਰੌਲਾ ਪਿਆ ਫਿਰ ਪ੍ਰਸ਼ਾਸਨ ਲੈਣ ਗਿਆ ਤੇ ਅਗਲੀ ਬਦਨਾਮੀ ਕਰਾ ਲਈ ਕਿ ਐਂਬੂਲੈਂਸ ਉਹ ਘੱਲ ਦਿੱਤੀ ਜਿਹੜੀ ਸਾਰੇ ਘੱਟੇ ਮਿੱਟੀ ਨਾਲ ਭਰੀ ਪਈ ਸੀ ਤੇ ਜਿਹੜੇ ਅਗਲੇ ਪਾਸੇ ਪੇਸ਼ੈਂਟ ਸਨ ਉਹਨਾਂ ਆਖਿਆ ਸੀ ਚੜ੍ਹਦਾ ਨਹੀਂ।
ਤੇ ਫਿਰ ਉੱਥੇ ਖੜੇ ਪੈ ਕੇ ਸਫਾਈ ਕਰਾਉਣੀ ਪਈ। ਹੁਣ ਉਹਦੀ ਇਨਕੁਆਇਰੀ ਚੱਲਦੀ ਪਈ ਹੈ। ਉਹ ਗਲਤੀਆਂ ਆਪਣੀ ਥਾਂ ਨੇ, ਪਰ ਕਈ ਲੋਕ ਸਨ ਜਿਹੜੇ ਇੱਥੋਂ ਜਿਸ ਤਰ੍ਹਾਂ ਗਏ ਸੀ ਆਪਣੀਆਂ ਗੱਡੀਆਂ ਲੈ ਕੇ, ਜਾਂ ਕੁਝ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੇ ਵਾਪਸ ਆਉਣ ਲੱਗਿਆ ਵੀ ਸੋਚਿਆ ਕਿ ਬੱਸ ਨੇ ਹੌਲੀ ਹੌਲੀ ਜਾਣਾ ਤੇ ਆਪਣਾ ਟੈਂਪੂ ਟਰੈਵਲਰ ਆਪਾਂ ਛੇਤੀ ਚੱਲ ਜਾਾਂਗੇ, ਜਾਂ ਇਹ ਵੀ ਹੈ ਕਿ ਬੱਸ ਵਿੱਚ ਭੀੜ ਜ਼ਿਆਦਾ ਹੋਣੀ, ਆਪਾਂ ਆਪਣਾ ਕਰ ਲਾਂਗੇ। ਟੈਂਪੂ ਟਰੈਵਲਰ ਵੀ ਇਹ ਵੀ ਤਾਂ ਪਤਾ ਸੀ ਕਿ 4000 ਤੋਂ ਵੱਧ ਲੋਕ ਨੇ, ਤੇ ਜੇ ਬੱਸਾਂ ਰੋਜ਼ 10-10 ਵੀ ਆਉਂਦੀਆਂ ਰਹੀਆਂ, 20 ਵੀ ਆਉਂਦੀਆਂ ਰਹੀਆਂ, ਤੇ ਕਈ ਦਿਨ ਲੱਗ ਜਾਣੇ। ਇੱਕ ਬੱਸ ਦੇ ਉੱਤੇ 40 ਤੋਂ ਵੱਧ ਸਵਾਰੀਆਂ ਚੜਾਉਣੀਆਂ ਨਹੀਂ ਜੀ। ਕੱਲ ਪਤਾ ਲੱਗਾ ਕਿ 4 ਬੱਸਾਂ 'ਚ 45 ਸਵਾਰੀਆਂ ਵੀ ਆਈਆਂ, 60 ਸਵਾਰੀਆਂ ਵਾਲੀ ਬੱਸ ਆ 45 ਵੀ ਆਈਆਂ। ਜੇ ਉਹ ਆ ਰਹੀਆਂ ਸੀ ਤੇ ਉਹਨਾਂ ਨੂੰ ਪਤਾ ਸੀ ਦਿਨ 3-4 ਹੋਰ ਖਰਾਬ ਹੋ ਸਕਦੇ ਆ, ਉਹਨਾਂ ਨੇ ਆਪਣੇ ਤੌਰ ਤੇ ਟੈਂਪੂ ਟਰੈਵਲਰ ਕਰ ਲਿਆ। ਜਿਹੜੇ ਲੋਕ ਇਸ ਤਰ੍ਹਾਂ ਆਏ ਨੇ ਜਾਂ ਆਪਣੀ ਗੱਡੀ ਤੇ ਆਏ ਨੇ, ਉਹਨਾਂ ਨੂੰ ਸਰਕਾਰ ਕਿੱਦਾਂ ਚੈੱਕ ਕਰ ਸਕਦੀ ਸੀ? ਕਿਸੇ ਨੇ ਦੱਸਿਆ ਹੀ ਨਹੀਂ। ਬੈਰੀਅਰ ਤੋਂ ਲੰਘ ਆਏ, ਬੈਰੀਅਰ ਵਾਲਿਆਂ ਨੂੰ ਇਹ ਆਖਿਆ ਗਿਆ ਕਿ ਇਹ ਜਿਹੜੇ ਮਹਾਰਾਸ਼ਟਰ ਤੇ ਆਉਂਦੇ ਇਹਨਾਂ ਨੂੰ ਲੰਘ ਆਉਣ ਦਿਓ। ਉਹਦਾ ਨਤੀਜਾ ਇਹ ਨਿਕਲਿਆ ਕਿ ਕੱਲ ਇੱਕੋ ਦਿਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 23 ਕੇਸ ਜਿਹੜੇ ਆ ਉਹ ਵੱਧ ਗਏ ਨੇ, ਔਰ ਉਹਨਾਂ 23 ਦੇ ਵਿੱਚੋਂ 1-2 ਪਾਸੇ ਵਾਲੇ ਆ, ਬਾਕੀ ਸਾਰੇ ਮਹਾਰਾਸ਼ਟਰ ਤੋਂ ਆਈ ਸੰਗਤ ਵਾਲੇ ਨੇ। ਅੱਡ ਥਾਵਾਂ ਤੋਂ ਪਤਾ ਲੱਗਦੇ ਨੇ। ਤਰਨਤਾਰਨ ਹੁਣ ਤੱਕ ਬਚਿਆ ਹੋਇਆ ਸੀ, 3 ਜ਼ਿਲ੍ਹੇ ਬਚੇ ਸੀ, ਤਰਨਤਾਰਨ, ਬਠਿੰਡਾ ਤੇ ਫਾਜ਼ਿਲਕਾ। ਹੁਣ ਬਠਿੰਡੇ 'ਚ ਵੀ ਕੱਲ 2 ਕੇਸ ਹੋਏ ਨੇ, ਉਹ ਮਹਾਰਾਸ਼ਟਰ ਤੋਂ ਆਈ ਸੰਗਤ ਵਾਲੇ ਨੇ। ਤਰਨਤਾਰਨ ਦੇ ਵਿੱਚ 15 ਕੇਸ ਹੋਏ ਨੇ, 15 ਦੇ 15 ਹੀ ਮਹਾਰਾਸ਼ਟਰ ਤੋਂ ਆਈ ਸੰਗਤ ਵਾਲੇ ਆ। ਇੱਕ ਬੀਬੀ ਸ਼ਾਇਦ ਉਹ ਡਿਲੀਵਰੀ ਕਰਾਉਣ ਗਈ ਸੀ ਹਸਪਤਾਲ ਤੇ, ਉੱਥੇ ਪਤਾ ਲੱਗਾ ਉਹਦਾ ਪਤਾ ਨਹੀਂਗਾ। 14 ਕੇਸ ਜਿਹੜੇ ਆ ਉਹ ਮਹਾਰਾਸ਼ਟਰ ਤੋਂ ਹਜੂਰ ਸਾਹਿਬ ਤੋਂ ਜਿਹੜੀ ਸੰਗਤ ਆਈ ਉਹਨਾਂ ਚੋਂ ਨੇ। ਲੁਧਿਆਣੇ 'ਚ 7 ਕੇਸ ਕੱਲ ਦੇ ਹੋ ਗਏ ਆ। ਅੱਜ ਦੁਪਹਿਰੇ ਮੈਨੂੰ ਕਿਸੇ ਆਫੀਸਰ ਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਇਹ ਦੱਸਿਆ ਕਿ ਸ਼ਾਇਦ 32 ਕੇਸ ਲੁਧਿਆਣੇ 'ਚ ਹੋ ਗਏ। ਹੁਣ 32 ਕੇਸ ਇੱਕਦਮ ਕਿਉਂ ਹੋ ਗਏ, ਇੰਨੇ ਕਿੱਥੋਂ ਆਏ? ਸੱਚਖੰਡ ਹਜੂਰ ਸਾਹਿਬ ਤੋਂ ਜਿਹੜੀ ਸੰਗਤ ਆ ਰਹੀ ਹੈ, ਇਹ ਸਮਝਣਾ ਚਾਹੀਦਾ ਕਿ ਉਹ ਲੋਕ ਉੱਥੇ ਸਵਾ ਮਹੀਨਾ ਤੋਂ ਵੱਧ ਇੱਕੋ ਹਾਲ 'ਚ ਵੱਡੇ 'ਚ ਰਹਿੰਦੇ ਰਹੇ ਜੀ। ਮੈਨੂੰ ਇਹ ਜਾਪਦਾ ਤੇ ਔਖਾ ਕਿ ਸਾਰੇ ਬਿਸਤਰੇ ਸਵੇਰੇ ਇਕੱਠੇ ਕਰਦੇ ਹੋਣਗੇ ਤੇ ਫਿਰ ਵਿਛਾਉਂਦੇ ਹੋਣਗੇ, ਪਰ ਕੁਝ ਲੋਕ ਕਹਿੰਦੇ ਆ ਜੀ ਉੱਥੇ ਇਦਾਂ ਸੀ ਕਿ ਰਾਤ ਨੂੰ ਸੌਂਦੇ ਸੀ ਸਾਰੇ, ਆਪਣੇ ਬਿਸਤਰੇ ਝਾੜ ਝੁੜ ਕੇ ਇੱਕ ਥਾਂ ਤੇ ਢੇਰੀ ਕਰ ਦਿੰਦੇ ਸੀ, ਸ਼ਾਮ ਨੂੰ ਫਿਰ ਉੱਥੋਂ ਲੈ ਲੈਂਦੇ ਸੀ। ਜੇ ਇਦਾਂ ਹੋਵੇ ਤੇ ਇੱਕ ਜਣੇ ਨੂੰ ਇਨਫੈਕਸ਼ਨ ਹੋਈ, ਦੂਜੇ ਨੂੰ ਤੀਜੇ ਨੂੰ ਪਤਾ ਹੀ ਉੱਥੋਂ ਕਿ ਸਾਰਿਆਂ ਨੂੰ ਹੋਈ ਹੋ ਸਕਦੀ ਹੈ। ਨਾ ਵੀ ਹੋਈ ਹੋਵੇ ਤੇ ਜਿਹੜੇ ਹਾਲ ਦੇ ਵਿੱਚ ਇੰਨੇ ਲੋਕ ਉੱਥੇ ਕਮਰਿਆਂ ਦੇ ਵਿੱਚ ਰੋਜ਼ ਇਕੱਠੇ ਰਹਿੰਦੇ ਸੀ, ਉਹੋ ਹੀ ਬਰਤਨ ਵਰਤਦੇ ਸੀ ਵਾਰੀ-ਵਾਰੀ, ਉਹੋ ਹੀ ਬਾਥਰੂਮ ਸਨ, ਮੁੜ-ਮੁੜ ਕੇ ਇੱਕ ਦੂਸਰੇ ਕੋਲ ਜਾਂਦੇ ਸਨ, ਪਤਾ ਨਹੀਂ ਕਿਹੜੇ ਹਾਲਾਤ 'ਚ ਰਹੇ ਸਨ। ਕੱਟੀ ਤੇ ਉਹਨਾਂ ਨੇ ਔਖ ਸੀ, ਉਸ ਔਖ ਕੱਟਦਿਆਂ ਜੇ ਉੱਥੇ 2-4 5-6 ਜਣਿਆਂ ਨੂੰ ਵੀ ਇਸ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਹੋਈ ਤੇ ਕਿੱਥੋਂ ਤੱਕ ਪਹੁੰਚਾਈ ਹੋਵੇਗੀ। ਹੁਣ ਮੈਂ ਤੁਹਾਨੂੰ ਦੱਸ ਦਿੱਤਾ ਅੰਮ੍ਰਿਤਸਰ 'ਚ ਕੱਲ ਦੇ 23 ਕੇਸ ਵੱਧ ਗਏ, ਇੱਕ ਅੱਧੇ ਨੂੰ ਛੱਡ ਕੇ ਬਾਕੀ ਸਾਰੇ ਹਜੂਰ ਸਾਹਿਬ ਵਾਲੇ। ਤਰਨਤਾਰਨ 'ਚ 15, ਇੱਕ ਬੀਬੀ ਨੂੰ ਛੱਡ ਕੇ ਬਾਕੀ ਸਾਰੇ ਹਜੂਰ ਸਾਹਿਬ ਵਾਲੇ ਆ। ਲੁਧਿਆਣੇ 'ਚ 7 ਵੱਧ ਗਏ। ਜੇ ਹੁਣ ਅੱਜ ਦੀ ਉਹ 32 ਹੋਰਨਾਂ ਵਾਲੀ ਗੱਲ ਹੋਵੇ ਤੇ ਫਿਰ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਊਗਾ। ਕਪੂਰਥਲੇ 'ਚ 5 ਆ ਗਏ ਨੇ, ਇਹ ਵੀ ਹਜੂਰ ਸਾਹਿਬ ਵਾਲੇ ਦੱਸੇ ਗਏ ਆ। ਇਹਦੇ 'ਚ ਹੁਸ਼ਿਆਰਪੁਰ 'ਚ 4 ਆ ਗਏ ਨੇ। ਗੜ੍ਹਸ਼ੰਕਰ 'ਚ ਇੱਕ ਗੱਡੀ ਆਈ, ਸ਼ਾਇਦ ਉਹ ਇਨੋਵਾ ਸੀ, ਇਨੋਵਾ ਤੇ ਪੰਜਾਬ ਸਰਕਾਰ ਦੀ ਨਹੀਂ ਗਈ, ਉਹਦੇ ਤੇ ਆਏ, ਉਹਨਾਂ 'ਚੋਂ 2 ਜਣੇ। ਇਸ ਤਰ੍ਹਾਂ ਦੀ ਚਰਚਾ। ਗੁਰਦਾਸਪੁਰ 'ਚ 3 ਕੇਸ ਵਧੇ ਆ, ਉਹਨਾਂ 'ਚੋਂ 2 ਦੱਸਦੇ ਆ ਸ਼ਾਇਦ ਉਹ ਕਾਹਨੂੰਵਾਨ ਏਰੀਏ 'ਚ ਨੇ, ਜਿਹੜੇ ਉੱਥੋਂ ਹਜੂਰ ਸਾਹਿਬ ਤੋਂ ਆਏ। ਹੁਣ 2 ਆਏ ਕਿ 3 ਆਏ ਪਤਾ ਨਹੀਂ। ਫਰੀਦਕੋਟ 'ਚ 3 ਕੇਸ ਹੋ ਗਏ ਨੇ। ਪਟਿਆਲੇ ਦੇ ਵਿੱਚ 2 ਕੇਸ ਪਤਾ ਲੱਗਾ ਜੀ, ਉਹ ਵੀ ਉੱਥੋਂ ਆਏ ਨੇ ਹਜੂਰ ਸਾਹਿਬ ਤੋਂ। ਹੁਣ ਜਿਹੜਾ ਨਾਮ ਹੀ ਆਇਆ ਹੋਇਆ ਉਹਦਾ ਨਾਮ ਹੀ ਹਜੂਰ ਸਾਹਿਬ ਦੇ ਨਾਲ ਜੁੜਦਾ ਜਾਣਾ, ਪਰ ਜਿਹੜੀ ਹਜੂਰ ਸਾਹਿਬ ਤੋਂ ਆਈ ਸੰਗਤ ਹੈ ਉਹਨਾਂ ਨੂੰ ਜਦੋਂ ਪਤਾ ਸੀ ਕਿ ਦਿੱਲੀ ਵਿੱਚ ਕੋਈ ਆਵੇ, ਕਿਸੇ ਵੀ ਥਾਂ ਤੇ ਕੋਈ ਆਵੇ, ਵਿਦੇਸ਼ ਤੋਂ ਆਵੇ, ਤੇ ਸਾਰਿਆਂ ਦਾ ਚੈੱਕਅਪ ਕਰਾਇਆ ਜਾਂਦਾ। ਇਹ ਸੰਗਤ ਨੇ ਕਿਉਂ ਨਾ ਕੀਤਾ? ਅੱਜ ਸਵੇਰੇ ਮੇਰੇ ਕੋਲ ਤਰਨਤਾਰਨ ਤੋਂ ਮੈਸੇਜ ਆਇਆ, ਇਸ ਗੱਲ ਦਾ ਨਹੀਂ ਕਿ ਪ੍ਰਸ਼ਾਸਨ ਸਾਨੂੰ ਚੈੱਕ ਨਹੀਂ ਕਰਦਾ ਜੀ, ਇਸ ਗੱਲ ਦਾ ਕਿ ਸਾਨੂੰ ਬੜਾ ਖੱਜਲ ਕੀਤਾ ਜੀ, ਲੋਕ ਘਰਾਂ ਨੂੰ ਜਾਣਾ ਚਾਹੁੰਦੇ ਸੀ, ਲੋਕਾਂ ਨੂੰ ਘਰਾਂ ਨੂੰ ਨਹੀਂ ਜਾਣ ਦਿੱਤਾ ਗਿਆ। ਉਹਨਾਂ ਨੂੰ ਘੇਰ ਕੇ ਆਖਿਆ ਕਿ ਤੁਹਾਨੂੰ ਕੁਆਰੰਟਾਈਨ ਕਰਨਾ, ਇਕਾਂਤਵਾਸ ਵਿੱਚ ਰੱਖਣਾ। ਇਕਾਂਤਵਾਸ ਦੇ ਨਾਂ ਦੇ ਉੱਤੇ ਤਰਨਤਾਰਨ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਵਾਲੇ ਆ, ਉਹ ਸਾਨੂੰ ਚੁੱਕ ਕੇ ਜੀ ਜਿਹੜਾ ਹਰੀਕੇ ਪਤਨ ਦੇ ਨੇੜੇ ਸਰਿਆਲੀ ਕਸਬਾ, ਉੱਥੋਂ ਦੇ ਕਾਲਜ ਦੇ ਵਿੱਚ ਲੈ ਗਏ ਆ। ਸਾਨੂੰ ਉੱਥੇ ਜਾ ਕੇ ਤੇ ਬਿਸਤਰੇ ਨਹੀਂ ਮਿਲੇ, ਅਸੀਂ ਬੜੇ ਤੰਗ ਹੋਏ ਆ। ਰਾਤ 12 ਵਜੇ ਰੋਟੀ ਆਈ ਹੈ। ਵੀ ਤੁਸੀਂ ਸ਼ਾਮ ਨੂੰ ਕਦੋਂ ਇੱਥੇ ਪਹੁੰਚੇ ਹੋਵੋਗੇ? ਉਸ ਤੋਂ ਬਾਅਦ ਸਾਰੇ ਪ੍ਰਬੰਧ ਕਰਨੇ ਪਏ ਹੋਣਗੇ। ਨਾਲੇ ਲਿਖਿਆ ਉਹਦੇ ਵਿੱਚ ਬਈ ਉਹਨਾਂ ਦੇ ਘਰ ਦੇ ਜੀ ਕਹਿੰਦੇ ਸਨ ਇਹਨਾਂ ਨੂੰ ਘਰ ਚਲ ਜਾਣ ਦਿਓ, ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਘਰ ਦੇ ਜੀਆਂ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ। ਜੇ ਮਿਲਣ ਦਿੱਤਾ ਜਾਂਦਾ ਫਿਰ ਦੂਜਾ ਮੈਸੇਜ ਆਉਣਾ ਸੀ, ਕਾਹਦੇ ਸਰਕਾਰ ਦੇ ਪ੍ਰਬੰਧ ਹੈ। ਉਹ ਆ ਕੇ ਲੋਕ ਪਹਿਲਾਂ ਘਰਦਿਆਂ ਨੂੰ ਮਿਲ ਲਏ, ਬਾਅਦ ਚ ਕੁਆਰੰਟਾਈਨ ਕਰ ਦਿੱਤੇ। ਇਕਾਂਤਵਾਸ ਕਾਹਦਾ? ਘਰਦਿਆਂ ਨੂੰ ਤਾਂ ਮਿਲ ਲਿਆ ਸੀ, ਬਿਮਾਰੀ ਤੇ ਫੈਲਾਤੀ, ਪ੍ਰਸ਼ਾਸਨ ਜ਼ਿੰਮੇਵਾਰ ਹੈ। ਅਸੀਂ ਸਾਡੇ ਪੱਤਰਕਾਰਾਂ ਦੇ ਵਿੱਚੋਂ ਵੀ ਕੁਝ ਲੋਕ ਇਸ ਤਰ੍ਹਾਂ ਦੇ ਆ ਵੀ ਉਧਰ ਜਾਂ ਉਧਰ ਦੋਵਾਂ ਵਾਸਤੇ ਉਹਨਾਂ ਨੇ ਸ਼ਬਦ ਰੱਖੇ ਹੁੰਦੇ ਆ ਵੀ ਆਹ ਵਧ ਤਾਂ ਵੀ ਆਪਾਂ ਨੁਕਤਾਚੀਨੀ ਕਰਨੀ, ਆਹ ਵਧ ਤਾਂ ਵੀ ਕਰਨੀ ਹੈ। ਅਸੀਂ ਇੱਕ ਸੰਕਟ ਦੇ ਦੌਰ ਚੋਂ ਲੰਘ ਰਹੇ ਹਾਂ। ਇਹਦੇ ਵਿੱਚ ਨੁਕਤਾਚੀਨੀ ਦੇ ਬਜਾਏ ਪਹਿਲੀ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਮਾਜ ਨੂੰ ਬਚਾਉਣਾ ਕਿੱਦਾਂ। ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਕੋਈ ਯਤਨ ਹੁੰਦਾ, ਉਹਦੇ 'ਚ ਸਹਿਯੋਗ ਕਰਨਾ ਚਾਹੀਦਾ
ਇਹ ਕੋਈ ਤਰੀਕਾ ਨਹੀਂ ਕਿ ਸਹਿਯੋਗ ਵੀ ਕੀਤਾ ਜਾ ਰਿਹਾ ਹੋਵੇ ਤੇ ਅਸੀਂ ਉਹ ਸਹਿਯੋਗ ਕਰਦਿਆਂ ਦੇ ਨਾਲ ਹਰ ਇੱਕ ਗੱਲ ਚੋਂ ਕੋਈ ਨਾ ਕੋਈ ਮੇਨ ਵੇਖ ਕੱਢ ਕੇ ਥੋੜੀ ਬਹੁਤ ਔਖਤਾਂ ਵੀ ਚੱਲਣੀ ਪੈਣੀ ਹੈ ਜੀ। ਜੇ ਹਰ ਕੋਈ ਆਖੇ ਕਿ ਸਾਨੂੰ ਘਰ ਵਰਗੇ ਬਿਸਤਰੇ ਮਿਲ ਜਾਣਗੇ, ਹਰ ਕੋਈ ਆਖੇ ਕਿ ਸਾਨੂੰ ਉੱਥੇ ਆਲੂ ਵਾਲੇ ਪਰੌਂਠੇ ਵੀ ਮਿਲ ਜਾਣਗੇ, ਹਰ ਚੀਜ਼ ਹੌਲੀ ਹੌਲੀ ਹੋ ਸਕਦਾ ਪ੍ਰਬੰਧ ਹੋ ਵੀ ਜਾਣ, ਪਰ ਖੜੇ ਪੈਰ ਨਹੀਂ। ਮੁਸਾਫਰੀ ਇੰਨੇ ਦਿਨ ਕੱਟ ਕੇ ਆਏ ਹੋ, ਸ਼ੁਕਰ ਕਰੋ ਆਪਣੇ ਘਰ ਦੇ ਕੋਲ ਆ ਗਏ ਆ। ਥੋੜੀ ਬਹੁਤ ਔਖ ਝੱਲ ਵੀ ਲੈਣੀ ਚਾਹੀਦੀ ਹੈ। ਪਹਿਲੀ ਗੱਲ ਇਹ ਸੋਚਣੀ ਚਾਹੀਦੀ ਹੈ ਕਿ ਅਸੀਂ ਆਪਣੇ ਘਰ ਦੇ ਲਾਗੇ ਆ ਗਏ ਆ। ਜਿਹੜਾ ਉੱਥੇ ਸਰਕਾਰ ਇਹਨਾਂ ਦੇ ਪ੍ਰਬੰਧ ਕਰਦੀ ਪਈ ਹੈ, ਉਹਨਾਂ ਪ੍ਰਬੰਧਾਂ 'ਚ ਸਹਿਯੋਗ ਕਰਨਾ ਚਾਹੀਦਾ ਜੀ। ਪਰ ਸਰ ਜਿੱਦਾਂ ਹੁਣ ਇਹ ਹਜ਼ੂਰ ਸਾਹਿਬ ਵਾਲੀ ਗੱਲ ਪਹਿਲਾਂ ਲਿਆਉਣ ਦੀ ਕਾਹਲੀ ਹੋਈ, ਉਸ ਤੋਂ ਬਾਅਦ ਚੈੱਕਅਪ ਨਹੀਂ ਹੋਇਆ ਤੇ ਉਦੋਂ ਰੌਲਾ ਪੈ ਗਿਆ। ਹੁਣ ਇੱਕ ਜਿਹੜੀ ਹੋਰ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਆ ਕਿ ਗਾਂ ਹੁਣ ਕਣਕ ਤਾਂ ਚਲੋ ਔਖੀ ਸੌਖੀ ਜਿਵੇਂ ਮਰਜ਼ੀ ਵੱਢੀ ਜਾਊਗੀ, ਗਾਂ ਹੁਣ ਝੋਨਾ ਜਿਹੜਾ ਉਹ ਲਾਉਣ ਦੇ ਲਈ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ। ਹੁਣ ਜੇ ਮੰਨ ਲਓ ਪ੍ਰਵਾਸੀ ਮਜ਼ਦੂਰ ਏਡੀ ਦੂਰੋਂ ਨਹੀਂ ਆ ਸਕਣਗੇ ਤੇ ਫਿਰ ਝੋਨਾ ਜਿਹੜਾ ਉਹ ਕਿਵੇਂ ਲੱਗੂਗਾ? ਕਿਉਂਕਿ ਮਈ ਦੇ ਪਹਿਲੇ ਹਫ਼ਤੇ ਤੋਂ 10 ਮਈ ਤੋਂ ਪਨੀਰੀਆਂ ਬੀਜਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਪਨੀਰੀ ਬੀਜ ਲੈਣ ਕਿਸਾਨ ਤੇ ਉਦੋਂ ਬਾਅਦ ਮਜ਼ਦੂਰ ਨਾ ਲੱਭਣ ਤੇ ਫੇਰ ਵੀ ਪੇਚਾ ਪੈ ਜੂ। ਹੁਣ ਜਾਂ ਜੇ ਉਹਦੀ ਸਿੱਧੀ ਬਿਜਾਈ ਕਰਨੀ ਆ ਤੇ ਫਿਰ ਪਨੀਰੀ ਬੀਜਣ ਦੀ ਬਜਾਏ ਆਪਾਂ ਨੂੰ ਸਿੱਧੀ ਬਿਜਾਈ ਦੇ ਲਈ ਖੇਤ ਨੂੰ ਤਿਆਰ ਕਰਨਾ ਪੈਣਾ, ਉਹ ਬਿਜਾਈ ਫਿਰ ਪਹਿਲਾਂ ਹੋਣੀ ਹੈ। ਇਹਦੇ ਬਾਰੇ ਨਹੀਂ ਤੁਹਾਨੂੰ ਲੱਗਦਾ ਵੀ ਅਜੇ ਤੱਕ ਕੋਈ ਚਰਚਾ ਸੁਣੀ ਨਹੀਂ ਜਿਹੜੀ ਕਰਨ ਦੀ ਲੋੜ ਆ? ਨਹੀਂ, ਚਰਚਾ ਕਰਨ ਦੀ ਲੋੜ ਆ, ਵਿੱਚ ਥੋੜੀ ਥੋੜੀ ਦੱਬੀ ਚੱਲਦੀ ਵੀ ਆ। ਦੇਖੋ, ਜਿਹੜੀ ਕਣਕਾਂ ਦੀ ਵਾਢੀ ਦੀ ਗੱਲ ਹੈ ਉਹ ਤਾਂ ਬਹੁਤਾ ਕਰਕੇ ਅੱਜ ਕੱਲ੍ਹ ਕੰਬਾਈਨਾਂ ਨਾਲ ਹੁੰਦੀ ਹੈ ਜੀ। ਉਹਦੇ 'ਚ ਜ਼ਿਆਦੀ ਲੇਬਰ ਦੀ ਅੱਗੇ ਜਿੰਨੀ ਲੋੜ ਨਹੀਂ ਹੁਣ ਪੈਂਦੀ, ਘੱਟ। ਮੰਡੀ 'ਚ ਲੋੜ ਪੈਂਦੀ ਸੀ ਤੇ ਮੰਡੀ 'ਚ ਜਿੰਨੀ ਕੁ ਲੇਬਰ ਇੱਥੋਂ ਚਲੀ ਗਈ ਉਨੀ ਨਾ ਸਹੀ, ਉਹਦੇ ਨਾਲ ਅੱਧ ਪਚੱਧ ਸੀ। ਮੈਰਿਜ ਪੈਲਸਾਂ ਦੇ ਵੇਟਰ ਤੇ ਬੈਂਡ ਬਾਜੇ ਵਾਲੇ ਸਾਰੇ ਜਾ ਕੇ ਲੱਗ ਪਏ। ਛੋਟੀਆਂ ਦੁਕਾਨਾਂ ਵਾਲੇ, ਰਿਕਸ਼ਿਆਂ 3 ਵੀਲਰਾਂ ਵਾਲੇ, ਉਹ ਵੀ ਮੰਡੀ 'ਚ ਪਹੁੰਚ ਗਿਆ ਕਿ ਹੋਰ ਤਾਂ ਰੋਟੀ ਦਾ ਸਾਧਨ ਕੋਈ ਨਹੀਂ, ਚਲੋ ਤੁਹਾਡੇ ਕੋਲ ਕੰਮ ਕਰ ਲੈਂਦੇ ਆ। ਉਹਨਾਂ ਜਾ ਕੇ ਮੰਡੀ ਸੰਭਾਲ ਲਈ ਹੈ ਤੇ ਚੰਗਾ ਕੀਤਾ, ਉਹ ਤਾਂ ਕੰਮ ਹੋ ਗਿਆ। ਪਰ ਜਦੋਂ ਕੱਲ ਨੂੰ ਝੋਨੇ ਲਾਉਣੇ ਆ, ਉਹ ਬੈਂਡ ਬਾਜੇ ਵਾਲੇ ਨਹੀਂ ਲਾ ਸਕਦੇ ਜੀ, ਉਹ ਇਹਨਾਂ ਵੇਟਰਾਂ ਤੋਂ ਨਹੀਂ ਲੱਗਣੇ। ਆ ਰਿਕਸ਼ਾ ਬੌਂਡ ਵਾਲੇ ਤੇ ਆਟੋ ਵਾਲੇ ਨਹੀਂ ਜਾ ਕੇ ਲਾ ਸਕਦੇ। ਉਹ ਇੱਕ ਆਪਣੀ ਸਕਿੱਲ ਹੁੰਦੀ, ਆਪਣਾ ਢੰਗ ਹੁੰਦਾ ਕੰਮ ਕਰਨ ਦਾ। ਉਹਦੇ ਵਿੱਚ ਕੰਬਾਈਨ ਵੀ ਕੋਈ ਨਹੀਂ ਵੜ ਸਕਣੀ ਕੱਦੂ ਕੀਤੇ 'ਚ, ਮਸ਼ੀਨਾਂ ਨੇ ਜਾ ਕੇ ਨਹੀਂ ਲਾ ਸਕਣਾ। ਜਿਹੜੀਆਂ ਅੱਜ ਕੱਲ੍ਹ ਕਹਿੰਦੇ ਆ ਕਿ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਨੇ, ਇੱਕ ਤਾਂ ਉਹ ਹੈ ਥੋੜੀਆਂ ਨੇ, ਦੂਜਾ ਅਜੇ ਤੱਕ ਸਾਰਿਆਂ ਨੂੰ ਵਰਤਣੀਆਂ ਨਹੀਂ ਆਉਂਦੀਆਂ। ਉਹਦੀ ਸਮੱਸਿਆ ਆਪਣੀ ਥਾਂ ਹੋਵੇਗੀ। ਇਸ ਕਰਕੇ ਲੇਬਰ ਦੀ ਜਿਹੜੀ ਪ੍ਰੋਬਲਮ ਪਹਿਲਾਂ ਕਹਿੰਦੇ ਸੀ ਕਣਕ ਦੀ ਵਾਢੀ ਵੇਲੇ ਆਉਣੀ ਆ, ਉਦੋਂ ਤਾਂ ਨਹੀਂ ਆਈ, ਔਖਾ ਸੌਖਾ ਸਰ ਗਿਆ। ਹੁਣ ਝੋਨਾ ਲਾਉਣ ਲੱਗਿਆ ਪ੍ਰੋਬਲਮ ਬਹੁਤ ਆਉਣੀ ਆ। ਅਜੇ ਲੋਕੀ ਬਗੈਰ ਕੱਦੂ ਕੀਤੇ ਤੋਂ ਸਿੱਧੀ ਬਿਜਾਈ ਵਾਲੇ ਢੰਗਾਂ ਦੇ ਉੱਤੇ ਖੁਸ਼ ਨਹੀਂ ਕਿ ਲੋਕਾਂ ਦੀ ਤਸੱਲੀ ਨਹੀਂ, ਉਹਨਾਂ ਦੇ ਅਜੇ ਹੱਥਾਂ ਤੇ ਨਹੀਂ ਚੜਿਆ। 5-7-10 ਸਾਲਾਂ ਤੱਕ ਚੜ ਵੀ ਸਕਦਾ, ਪਰ ਅਜੇ ਇਹ ਸਮੱਸਿਆ ਹੈਗੀ ਆ। ਕੱਲ ਬਠਿੰਡੇ ਵਾਲੇ ਪਾਸੇ ਤੋਂ ਮੈਂ ਖਬਰ ਸੁਣੀ ਆ ਕਿ ਜਿਹੜੀਆਂ ਕੰਬਾਈਨਾਂ ਗਈਆਂ ਸਨ ਉਹ ਵਾਪਸ ਆਈਆਂ। ਕੰਬਾਈਨਾਂ ਵਾਲਿਆਂ ਨੂੰ ਲੰਘ ਜਾਣ ਦਿੱਤਾ ਗਿਆ, ਪਰ ਕੰਬਾਈਨਾਂ ਦੇ ਨਾਲ ਜਿਹੜੇ ਪੰਜਾਬੀ ਮਜ਼ਦੂਰ ਗਏ ਸੀ ਉਹਨਾਂ ਨੂੰ ਇੰਟਰਸਟੇਟ ਬਾਰਡਰ ਤੋਂ ਲੰਘਣ ਦਿੱਤਾ ਗਿਆ ਕਿ ਨਹੀਂ, ਤੁਹਾਨੂੰ ਨਹੀਂ ਜਾਣ ਦੇਣਾ। ਜੇ ਇਸ ਤਰ੍ਹਾਂ ਰੋਕਣੇ ਸ਼ੁਰੂ ਕਰ ਦਿੱਤੇ ਗਏ ਤੇ ਫਿਰ ਕੱਲਾ ਇਹ ਨਹੀਂ ਕਿ ਬਾਹਰ ਦੀ ਪ੍ਰਵਾਸੀ ਲੇਬਰ ਜਿਹੜੀ ਆ, ਯੂਪੀ ਬਿਹਾਰ ਦੇ ਮਜ਼ਦੂਰ ਘੱਟ ਹੋਣੇ, ਬਲਕਿ ਸਾਡੇ ਪੰਜਾਬ ਦੇ ਜਿਹੜੇ ਮਜ਼ਦੂਰ ਆ ਉਹ ਵੀ ਘੱਟ ਜਾਣੇ ਆ। ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਥੋੜੇ ਜਿਹੇ ਯਤਨ ਵਧਾਉਣੇ ਚਾਹੀਦੇ ਆ, ਔਰ ਬਾਹਰ ਵੀ ਇਹ ਕਹਿਣਾ ਚਾਹੀਦਾ ਕਿ ਹਾਲਾਤ ਜਿੱਦਾਂ ਦੇ ਮਰਜ਼ੀ ਰਹੇ ਹੋਣ, ਤੁਸੀਂ ਵਾਪਸ ਆਓ। ਤੁਹਾਨੂੰ ਇੱਥੇ ਕਿਸਾਨ ਜੀ ਆਇਆਂ ਕਹਿਣਗੇ, ਸਰਕਾਰ ਵੀ ਜੀ ਆਇਆਂ ਕਹੇਗੀ। ਤੁਸੀਂ ਇੱਥੇ ਸ਼ਹਿਰ ਵਿੱਚ ਆਓਗੇ ਤੇ ਫਿਰ ਤਾਂ ਤੁਹਾਨੂੰ ਕੁਆਰੰਟਾਈਨ ਵੀ ਹੋ ਸਕਦਾ ਕਰਨਾ ਪਵੇ, ਪਰ ਜੇ ਤੁਸੀਂ ਸਿੱਧੇ ਡੇਰਿਆਂ ਤੇ ਚਲ ਜਾਂਦੇ ਆ, ਉੱਥੇ ਤੁਹਾਡੇ ਡਾਕਟਰੀ ਟੈਸਟ ਕਰਕੇ ਤੁਹਾਡੇ ਤੋਂ ਕੰਮ ਕਰਾਇਆ ਜਾ ਸਕਦਾ। ਡਾਕਟਰੀ ਟੈਸਟਾਂ ਵਾਲੀ ਗੱਲ ਤਾਂ ਪਿੰਡ ਹੋਵੇ ਸ਼ਹਿਰ ਹੋਵੇ ਸਭ ਥਾਵਾਂ ਤੇ ਕਰਨੀ ਪੈਣੀ ਹੈ। ਔਰ ਹੁਣ ਮੰਗ ਨਹੀਂ ਕਿ ਅੱਜ ਦਿੱਤਾ ਤੇ ਪਰਸੋਂ ਤੱਕ ਰਿਪੋਰਟ ਆਉਂਦੀ ਆ, ਡੀਕਦੇ ਆ। ਟੈਸਟ ਕਰਨ ਵਾਲੇ ਵੀ ਥੋੜੇ ਆ ਤੇ ਜਿੰਨੇ ਥੋੜੇ ਇਹ ਟੈਸਟ ਕਰਨ ਵਾਲੇ ਆ, ਅੱਗੋਂ ਲੈਬ 'ਚ ਇਹਦੇ ਵੀ ਘੱਟ ਬੰਦੇ ਆ। ਇਹ ਸੈਂਪਲ ਲੈਣ ਵਾਲੇ ਵੀ ਥੋੜੇ ਆ ਤੇ ਟੈਸਟ ਕਰਨ ਵਾਲੇ ਵੀ ਥੋੜੇ ਆ। ਇਹਦੀ ਥਾਂ ਤੇ ਥੋੜਾ ਬਹੁਤ ਪ੍ਰਬੰਧ ਵਧਾਉਣੇ ਪੈਣਗੇ ਜੀ। ਪਰ ਏਕਪਨ ਸਾਹਿਬ, ਆਪਾਂ ਪਲਾਜ਼ਮਾ ਤਕਨੀਕ ਦੀ ਗੱਲ ਕੀਤੀ ਸੀ ਥੋੜੇ ਦਿਨ ਪਹਿਲਾਂ, ਤੇ ਉਹ ਹੁਣ ਇਹ ਸੁਣ ਚ ਆਇਆ ਕਿ ਭਾਰਤ ਸਰਕਾਰ ਨੇ ਕਿਹਾ ਕਿ ਕੋਈ ਬਹੁਤੀ ਵਧੀਆ ਚੀਜ਼ ਨਹੀਂ, ਬਹੁਤੇ ਪੰਗੇ ਨਾ ਲਓ, ਆਪਾਂ ਕੋਈ ਹੋਰ ਸਿਆਪਾ ਨਾ ਪਾ ਲਈਏ। ਇਹਦੀ ਕੀ ਲੋੜ ਪੈ ਗਈ? ਪਹਿਲਾਂ ਆਪਾਂ ਕਿਸੇ ਤਕਨੀਕ ਦਾ ਇੰਨਾ ਵੈਲਕਮ ਕਰਦੇ ਹਾਂ, ਫਿਰ ਕੁਝ ਦਿਨਾਂ ਬਾਅਦ ਆਪਾਂ ਉਹਨੂੰ ਸਮਝਦੇ ਹਾਂ ਕਿ ਠੀਕ ਨਹੀਂ। ਦੇਖੋ, ਦਿੱਲੀ ਤੋਂ ਜਿਹੜੀ ਪਹਿਲੀ ਰਿਪੋਰਟ ਆਈ ਸੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਸੀ ਕਿ ਪਲਾਜ਼ਮਾ ਥੈਰੇਪੀ ਕਾਮਯਾਬ ਹੋਈ। ਉਦੋਂ ਬਾਅਦ 2-3 ਥਾਵਾਂ ਤੋਂ ਆਈ ਕਿ ਨਹੀਂ ਕਾਮਯਾਬ ਹੋਈ। ਅਮਰੀਕਾ ਵਾਲਿਆਂ ਨੇ ਸਾਡੇ ਤੋਂ ਹਾਈਡਰੋਕਸੀ ਕਲੋਰੋਕੁਇਨ ਕਿਉਂ ਮੰਗਾਈ ਸੀ? ਕਹਿੰਦੇ ਸੀ ਬੜੀ ਫਾਇਦੇਮੰਦ ਹੈ, ਪਰ ਅਮਰੀਕਾ ਦੇ ਵਿੱਚੋਂ ਕੁਝ ਆਰਗੇਨਾਈਜੇਸ਼ਨਾਂ ਨੇ ਆਖਿਆ ਕਿ ਇਹ ਰਿਐਕਸ਼ਨ ਵੀ ਕਰ ਸਕਦੀ, ਉਲਟਾ ਇਹਦਾ ਨੁਕਸਾਨ ਵੀ ਹੋ ਸਕਦਾ ਸਾਨੂੰ, ਇਹ ਨਾ ਵਰਤੋ। ਫਿਰ ਕੁਝ ਥਾਵਾਂ ਤੇ ਵਰਤੀ ਗਈ, ਕੁਝ ਥਾਵਾਂ ਤੇ ਨਾ ਵਰਤੀ ਗਈ। ਫਿਰ ਇਹ ਵੇਖਿਆ ਗਿਆ ਕਿ ਕਿਹੜਾ ਮਰੀਜ਼ ਜਿਹੜਾ ਇਸ ਵੇਲੇ ਡਾਇੰਗ ਬੈੱਡ ਤੇ ਪਤਾ ਹੀ ਨਹੀਂ ਕਦੋਂ ਮਰ ਜਾਣਾ, ਉਹਦੇ ਆਖਰੀ ਹਿੱਲੇ ਦੇ ਤੌਰ ਤੇ ਟਰਾਈ ਕਰਕੇ ਵੇਖ ਲਓ, ਉਹਦੇ ਕਿਤੇ ਰਿਜ਼ਲਟ ਚੰਗੇ ਆਏ ਕਿਤੇ ਨਹੀਂ ਆਏ। ਕੱਲ ਪਤਾ ਲੱਗਾ ਕਿ ਉਹਨਾਂ ਦੀ ਆਪਣੀ ਇੱਕ ਕੰਪਨੀ ਜਿਹੜੀ ਅਮਰੀਕਾ ਦੀ ਆ, ਉਹਨੇ ਜਿਹੜੀ ਦਵਾਈ ਬਣਾਈ ਸੀ ਤੇ ਜਿਹਦੇ ਬਾਰੇ ਇਹ ਸਮਝਿਆ ਗਿਆ ਸੀ ਕਿ ਕਾਫੀ ਕਾਮਯਾਬ ਹੈ, ਉਸ ਦਵਾਈ ਦੇ ਬਣਨ ਦੇ ਉੱਤੇ
ਬੜੀ ਤਾਰੀਫ ਕੀਤੀ ਜਾ ਰਹੀ ਸੀ। ਜੀ ਉਹ ਦਵਾਈ ਵੀ ਉਹਨਾਂ ਨੇ ਕਹਿਤਾ ਕਿ ਨਹੀਂ, ਇਹ ਤੁਸੀਂ ਟੈਸਟ ਨਾ ਕਰੋ। ਇਦਾਂ ਦੀਆਂ ਦੂਸਰੇ ਦੇਸ਼ਾਂ ਵਿੱਚ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਇੱਕ ਦਵਾਈ ਲਿਆਉਂਦੇ ਆ। ਡਾਕਟਰ ਕੀ ਕਰਦੇ ਆ? ਅਸੀਂ ਆਮ ਤੌਰ ਤੇ ਵੀ ਡਾਕਟਰ ਕੋਲ ਜਾਈਏ, ਉਹਨੂੰ ਜਾ ਕੇ ਕਹਿੰਦੇ ਆ ਪ੍ਰੋਬਲਮ ਹੈ, ਉਹ ਸਾਰਾ ਕੁਝ ਚੈੱਕ ਕਰਦਾ। ਸਾਡੀ ਸਮੱਸਿਆ ਵੇਖ ਕੇ ਫਿਰ ਉਹ ਸਾਨੂੰ ਪਰਚੀ ਤੇ ਲਿਖ ਦਿੰਦਾ, ਜੀ ਆਹ ਦਵਾਈਆਂ ਲੈ ਜਾਓ, ਜਾ ਕੇ 3 ਦਿਨ ਖਾਓ, ਫਿਰ ਆ ਕੇ ਚੈੱਕ ਕਰਾਓ। ਅਸੀਂ ਉਹਦੀਆਂ ਦੱਸੀਆਂ ਦਵਾਈਆਂ ਲੈ ਕੇ ਜਾਂਦੇ ਹਾਂ। 3 ਦਿਨ ਖਾਣ ਤੋਂ ਬਾਅਦ ਫਿਰ ਜਾਣੇ, ਡਾਕਟਰ ਸਾਹਿਬ ਫਰਕ ਤੇ ਕੋਈ ਪਿਆ ਨਹੀਂ, ਅੱਛਾ ਲਿਆ ਆਪਾਂ ਦਵਾਈ ਬਦਲ ਦਿੰਦੇ ਹਾਂ। ਉਹ ਬਦਲ ਕੇ ਦੂਜੀਆਂ ਲਿਖ ਦਿੰਦਾ, ਅਸੀਂ ਫਿਰ 3 ਨਹੀਂ 5 ਦਿਨ ਖਾਂਦੇ ਹਾਂ। ਫਿਰ ਆ ਕੇ ਨੇ ਡਾਕਟਰ ਸਾਹਿਬ ਗੱਲ ਤੇ ਬਣੀ, ਕਹਿੰਦਾ ਅੱਛਾ ਚਲੋ ਮੈਂ ਬਦਲ ਦੇਣਾ। ਇਹਦਾ ਮਤਲਬ ਕਿ ਪਹਿਲਾ ਦਿਨ ਹੋਵੇ, ਤੀਜਾ ਦਿਨ ਹੋਵੇ, 5ਵਾਂ ਦਿਨ ਹੋਵੇ, ਡਾਕਟਰ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਕਿ ਮੇਰੀ ਫਲਾਣੀ ਗੋਲੀ ਇਹਨੂੰ ਠੀਕ ਕਰ ਹੀ ਦੇਊ ਜੀ। ਉਹ 3 ਵਾਰੀ ਤਜਰਬੇ ਕਰ ਰਿਹਾ, ਸਾਡੇ ਉੱਤੇ ਤਜਰਬੇ ਕਰ ਰਿਹਾ। 1 ਵਾਰੀ ਦਵਾਈ ਦਿੱਤੀ ਹੈ, 3 ਦਿਨ ਨਹੀਂ ਚਲੀ, ਚੌਥੇ ਦਿਨ ਫਿਰ ਬਦਲ ਦਿੱਤੀ ਹੈ, ਫਿਰ 5 ਦਿਨ ਨਹੀਂ ਚਲੀ, 6ਵੇਂ ਦਿਨ ਫਿਰ ਬਦਲ ਦਿੱਤੀ ਹੈ। ਉਹ ਸਾਡੇ ਉੱਤੇ ਤਜਰਬਾ ਕਰ ਰਿਹਾ। ਇਸੇ ਤਰ੍ਹਾਂ ਹੀ ਜਿੰਨੇ ਡਾਕਟਰ ਆ ਭਾਰਤ ਦੇ ਹੋਣ, ਅਮਰੀਕਾ ਦੇ ਹੋਣ, ਹੋਰ ਦੇਸ਼ਾਂ ਦੇ ਹੋਣ, ਇਹ ਸਾਰੇ ਅੱਡ-ਅੱਡ ਤਰੀਕੇ ਵਰਤ ਕੇ ਵੇਖਦੇ ਪਏ ਆ ਕਿ ਇਦਾਂ ਨਹੀਂ ਤੇ ਇਦਾਂ ਸੀ। ਜਿਹੜਾ ਹੁੰਦਾ ਸੀ ਨਾ ਵੀ ਪਿੰਡਾਂ 'ਚ ਕਹਿੰਦੇ ਓੜ-ਪੋੜ ਕਰ ਲਓ, ਇਸ ਵੇਲੇ ਤਾਂ ਓੜ-ਪੋੜ ਤੱਕ ਦੀਆਂ ਗੱਲਾਂ ਵੀ ਚੱਲਦੀਆਂ ਪਈਆਂ ਨੇ। ਕੁਝ ਇਹੋ ਜਿਹੇ ਵੀ ਸਿਆਣੇ ਆ ਜਿਹੜੇ ਕਹਿੰਦੇ ਆਯੁਰਵੈਦਿਕ ਦੀ ਫਲਾਣੀ ਤਕਨੀਕ ਵਰਤ ਲਓ। ਇੱਥੇ ਤਾਂ ਸਾਡੇ ਕੋਲ ਇਹੋ ਜਿਹੇ ਵੀ ਆ ਜਿਹੜੇ ਕਹਿੰਦੇ ਜੀ ਯੋਗਾ ਕੀਤੇ ਜਿਹੜਾ ਕਰੋਨਾ ਭੱਜ ਜਾਏਗਾ। ਇੱਥੇ ਤੇ ਇਹੋ ਜਿਹੇ ਵੀ ਜਿਹੜੇ ਕਹਿੰਦੇ ਤਾੜੀਆਂ ਮਾਰਿਆ ਤੇ ਨਾਮ ਜਪਿਆ ਕਰੋਨਾ ਭੱਜ ਜਾਏਗਾ। ਉਹ ਪਾਕਿਸਤਾਨ ਦੇ ਵਿੱਚ ਇੱਕ ਮੌਲਵੀ ਉੱਪਰ ਨੂੰ ਮੂੰਹ ਕਰਕੇ ਨਾਲੇ ਰੋਈ ਜਾਂਦਾ ਤੇ ਨਾਲੇ ਆਖੀ ਜਾਂਦਾ ਕਿ ਇੱਥੇ ਦੁਨੀਆ 'ਚ ਅਸ਼ਲੀਲਤਾ ਬਹੁਤ ਸੀ, ਮੁੰਡੇ ਕੁੜੀਆਂ ਤੁਰੇ ਫਿਰਦੇ ਸੀ, ਕੱਪੜੇ ਛੋਟੇ ਪਾਉਂਦੇ ਸੀ, ਅੱਲਾ ਤੂੰ ਕਹਿਰ ਇਸ ਕਰਕੇ ਵਰਤਾਇਆ, ਅੱਲਾ ਹੁਣ ਤੂੰ ਬਸ ਕਰ, ਅੱਲਾ ਤੂੰ ਬਚਾ ਲਾ। ਹੁਣ ਉਹ ਇਦਾਂ ਕਰੀ ਜਾਂਦਾ। ਇਦਾਂ ਤੇ ਕੁਝ ਨਹੀਂ ਹੋਣਾ। ਇਹ ਹਕੀਕਤ ਇਹੋ ਹੈ ਕਿ ਇਹ ਨਵੀਂ ਕਿਸਮ ਦਾ ਇੱਕ ਇਹੋ ਜਿਹਾ ਵਾਇਰਸ ਆ ਗਿਆ ਜਿਹਦਾ ਅਜੇ ਤੱਕ ਸਾਨੂੰ ਇਲਾਜ ਲੱਭਾ ਨਹੀਂ। ਜਦ ਤੱਕ ਮਨੁੱਖਤਾ ਦਾ ਕੋਈ ਪੱਕਾ ਗਰੰਟੀ ਵਾਲਾ ਇਲਾਜ ਲੱਭ ਨਹੀਂ ਲੈਂਦੀ, ਉਹਨਾਂ ਚਿਰ ਤੱਕ ਇਹ ਤਜਰਬੇ ਆ, ਉਹ ਤਜਰਬੇ ਸਾਡੇ ਪਲਾਜ਼ਮਾ ਵਾਲੇ ਵੀ ਹੋ ਸਕਦੇ ਆ, ਉਹ ਤਜਰਬੇ ਅਮਰੀਕਾ ਦੇ ਕਿਸੇ ਕਿਸਮ ਦੇ ਵੀ ਹੋ ਸਕਦੇ ਆ ਤੇ ਜਰਮਨੀ 'ਚ ਵੀ ਹੋ ਸਕਦੇ ਆ। ਅਜੇ ਗੱਲ ਕਿਸੇ ਸਿਰੇ ਨਹੀਂ ਲੱਗੀ, ਅੱਧ ਵਿਚਾਲੇ ਆ ਜੀ। ਉਹਨਾਂ ਤੋਂ ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।